हाँ जी, हाँ जी। हो गया ਵੀਰ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡਾ ਅੱਜ ਜਿਵੇਂ ਸਾਡਾ ਗੇਮ ਆਫ ਲਾਈਫ ਦਾ ਜਿਹੜਾ ਅਸੀਂ ਚੈਪਟਰ ਲਰਨ ਕਰ ਰਹੇ ਸੀਗੇ, ਸਾਡਾ ਈਸਟਰ ਬ੍ਰੇਕ ਤੋਂ ਪਹਿਲਾਂ ਅੱਜ ਸਾਡਾ ਜਿਹੜਾ ਲਾਸਟ ਸੈਸ਼ਨ ਦੇ ਵਿੱਚ ਅਸੀਂ ਜਿਹੜਾ ਆਪਣਾ ਲਾਸਟ ਪਲੇਅਰ ਆਫ ਜਿਹੜਾ ਗੇਮ ਆਪਾਂ ਸਿੱਖ ਰਹੇ ਸੀਗੇ ਪਿਛਲੇ ਹਫਤੇ, ਉਹਦੇ ਬਾਰੇ ਆਪਾਂ ਥੋੜੀ ਗੱਲ ਕੀਤੀ ਸੀਗੀ, ਵਿਚ ਵਾਸ ਦੀ ਬੈਡ ਵੌਇਸ ਜਾਂ ਮਾਈਂਡ, ਜਾਂ ਅਸੀਂ ਗੁਰਬਾਣੀ ਦੀ ਲੈਂਗੁਏਜ ਦੇ ਵਿੱਚ ਉਹਨੂੰ ਮਨ ਵੀ ਕਹਿੰਦੇ ਆ। ਤੇ ਅਸੀਂ ਉਹਦੇ ਬਾਰੇ ਥੋੜੀਆਂ ਜਿਹੀਆਂ ਬੱਚਿਆਂ ਨੇ ਆਪਣੇ ਆਪਣੇ ਲਾਈਫ ਵਿੱਚੋਂ ਐਗਜ਼ਾਮਪਲਸ ਲੈ ਕੇ ਕੁਝ ਸ਼ੇਅਰ ਕੀਤੇ ਸੀਗੇ, ਆਪਾਂ ਕੁਝ ਚੀਜ਼ਾਂ ਸਿੱਖੀਆਂ ਸੀਗੀਆਂ ਉਹਦੇ ਵਿੱਚੋਂ। ਤੇ ਅੱਜ ਜਿਹੜਾ ਆਪਾਂ ਥੋੜਾ ਹੋਰ ਟਾਈਮ ਲਗਾਵਾਂਗੇ ਉਹਨੂੰ ਸਮਝਣ ਲਈ, ਤੇ ਨਾਲ ਨਾਲ ਅਸੀਂ ਇਸ ਤੋਂ ਬਾਅਦ ਇੱਕ ਵਾਰੀ ਰੀਕੈਪ ਕਰਾਂਗੇ ਜਿਹੜਾ ਸਾਡਾ ਗੁੱਡ ਵੌਇਸ ਵਾਲਾ ਵੀ ਸਲਾਈਡ ਹੈਗਾ, ਤਾਂ ਕਿ ਸਾਨੂੰ ਦੁਬਾਰਾ ਰੀਵਿਜ਼ਿਟ ਹੋ ਜਾਏ ਛੁੱਟੀਆਂ ਤੋਂ ਪਹਿਲਾਂ, ਤੇ ਫਿਰ ਛੁੱਟੀਆਂ ਦੇ ਵਿੱਚ ਜਿਹੜਾ ਸਾਡਾ ਹੋਮਵਰਕ ਹੋਏਗਾ ਥੋੜਾ ਸਾਨੂੰ ਕਰਨਾ ਈਜ਼ੀ ਹੋ ਜਾਏਗਾ। ਠੀਕ ਹੈ, ਤੇ ਉਹਦੇ ਨਾਲ ਜਿਹੜਾ ਕੁਇਕਲੀ ਅਸੀਂ ਇਹ ਵਾਲੀ ਸਲਾਈਡ ਜਿਹੜੀ ਹੈਗੀ ਹੈ ਇਹਦੇ ਵੱਲ ਚੱਲਦੇ ਹੈਗੇ ਆ। ਤੇ ਮੈਂ ਜੇ ਤਰਨ ਸਿੰਘ ਜੀ ਨੂੰ ਕਹਾਂ, ਬੇਟੇ ਤੁਸੀਂ ਪਹਿਲਾਂ ਉੱਪਰ ਜਿਹੜੀ ਲਿਖੀ ਹੋਈ ਹੈ ਐਗਜ਼ਾਮਪਲ ਪੜ੍ਹ ਦੋਗੇ, ਡੈਫੀਨੇਸ਼ਨ ਜਿਹੜੀ ਹੈਗੀ ਹੈ ਮਾਈਂਡ ਦੀ? हाँ जी। ਹਾਂਜੀ ਬੇਟੇ, ਸਿਰਫ ਯੈਲੋ ਵਾਲੀ ਬੇਟੇ। My views, behavior, emotions, and actions that are not allied to my good voice. It's everything that is not letting me follow the rules of good voice. Jot. ਠੀਕ ਹੈ ਨਾ, ਜਿਵੇਂ ਆਪਾਂ ਉਹਨੇ ਦੱਸਿਆ ਸੀਗਾ ਕਿ ਵੀ ਗੁਰਬਾਣੀ ਦੀ ਲੈਂਗੁਏਜ ਦੇ ਵਿੱਚ ਬੈਡ ਵੌਇਸ ਨੂੰ ਮਨ ਕਹਿੰਦੇ ਆ, ਤੇ ਇਦਾਂ ਹੀ ਆਪਾਂ ਪਹਿਲਾਂ ਵੀ ਡਿਸਕਸ ਕੀਤਾ ਸੀਗਾ ਕਿ ਜਿਹੜੀ ਗੁੱਡ ਵੌਇਸ ਹੈ ਅਸੀਂ ਉਹਨੂੰ ਗੁਰਬਾਣੀ ਦੀ ਲੈਂਗੁਏਜ ਦੇ ਵਿੱਚ ਜੋਤ ਕਹਿੰਦੇ ਆ। ਠੀਕ ਹੈ, ਤੇ ਜਿਹੜਾ ਮਾਈਂਡ ਹੈਗਾ, ਜਦੋਂ ਅਸੀਂ ਗੁੱਡ ਵੌਇਸ ਨੂੰ ਨਹੀਂ ਲਿਸਨ ਕਰਦੇ, ਫਿਰ ਉਹ ਜਿਹੜਾ ਆਪਾਂ ਪਿਛਲੀ ਵਾਰੀ ਕੀਤਾ ਸੀ ਨਾ, ਆਈ ਐਮ ਦਾ ਬੈਸਟ, ਹੈ ਨਾ, ਮੇਰੇ ਜਿਹੜੇ ਵਿਊਜ਼ ਨੇ, ਮੇਰੇ ਆਪਣੇ ਆਪ ਵੱਲ ਧਿਆਨ ਲੱਗਣਾ ਸ਼ੁਰੂ ਹੋ ਜਾਂਦਾ ਹੈ, ਮੈਨੂੰ ਆਪਣੇ ਆਪਣੇ ਬਿਹੇਵੀਅਰ ਨੂੰ ਜਿਹੜਾ ਇੰਪਰੂਵ ਕਰਨ ਵਿੱਚ ਸਟਰਗਲ ਹੋਣੀ ਸ਼ੁਰੂ ਹੋ ਜਾਂਦੀ ਹੈ, ਆਪਣੀ ਇਮੋਸ਼ਨਸ ਤੇ ਕੰਟਰੋਲ ਨਹੀਂ ਰਹਿੰਦਾ, ਹੈ ਨਾ। ਇਹ ਜਿੰਨੇ ਵੀ ਸਾਰੇ ਜਿਹੜੇ ਐਕਸ਼ਨਸ ਨੇ, ਜਿੰਨੇ ਵੀ ਮੈਨੂੰ ਗੁੱਡ ਵੌਇਸ ਦੇ ਅਗੇਂਸਟ ਲੈ ਕੇ ਜਾਂਦੇ ਨੇ, ਇਹ ਸਾਰੀਆਂ ਚੀਜ਼ਾਂ ਆਰ ਡਰਿਵਨ ਫਰੋਮ ਸਾਡਾ ਜਿਹੜਾ ਮਾਈਂਡ। ਠੀਕ ਹੈ, ਇਹਦੇ ਵਿੱਚ ਹੁਣ ਜਿਹੜੀਆਂ ਕੁਝ ਥੋੜੀਆਂ ਜੀਆਂ ਐਗਜ਼ਾਮਪਲਸ ਨੇ ਜਿਹੜੀਆਂ ਆਪਾਂ ਥੱਲੇ ਲਈਆਂ ਨੇ। ਠੀਕ ਹੈ, ਇਹਨੂੰ ਗੁਰਬਾਣੀ ਦੇ ਵਿੱਚ ਜਿਹੜਾ ਅਸੀਂ ਕਈ ਥਾਵਾਂ ਤੇ ਬੜੀਆਂ ਸਾਰੀਆਂ ਪੰਕਤੀਆਂ ਦੇ ਨਾਲ ਹੌਲੀ ਹੌਲੀ ਆਉਣ ਵਾਲੇ ਚੈਪਟਰਸ ਵਿੱਚ ਸਿੱਖਾਂਗੇ ਜ਼ਰੂਰ। ਠੀਕ ਹੈ, ਬਟ ਫॉर ਨਾਓ ਆਪਾਂ ਫੋਕਸ ਕਰਦੇ ਹਾਂ ਜੇ ਅਸੀਂ ਪਹਿਲੀ ਬਿਲਕੁਲ ਫਸਟ ਐਗਜ਼ਾਮਪਲ ਤੇ ਆਈਏ, ਵਿਚ ਇਜ਼ ਡਿਜ਼ਾਇਰਸ। ਠੀਕ ਹੈ, ਹੁਣ ਕੋਈ ਬੱਚਾ, ਮੈਂ ਐਗਜ਼ਾਮਪਲ ਬੱਚਿਆਂ ਨਾਲ ਪਹਿਲਾਂ ਤੁਸੀਂ ਮੇਰੇ ਨਾਲ ਸ਼ੇਅਰ ਕਰ ਲਓ, ਫਿਰ ਮੈਂ ਗੱਲ ਕਰਦਾ। ਤੇ ਐਨੀਵਨ, ਵੀਰ ਸਿੰਘ ਜੀ ਤੁਸੀਂ ਦੱਸ ਸਕਦੇ ਹੋ ਕਿ ਬਈ ਡਿਜ਼ਾਇਰਸ ਤੋਂ, ਜੇ ਆਪਾਂ ਡਿਜ਼ਾਇਰਸ ਨੂੰ ਐਜ਼ ਅ ਬੈਡ ਵੌਇਸ ਰੱਖਿਆ ਹੋਇਆ ਉਰੇ, ਉਹ ਕਿਉਂ ਰੱਖਿਆ ਹੋਇਆ ਹੈ? ਵਾਟ ਇਜ਼ ਦ ਰੀਜ਼ਨ? ਕਿਉਂਕਿ ਤੁਹਾਨੂੰ ਬੜੇ ਚੀਜ਼ਾਂ ਚਾਹੀਦੇ ਹੁੰਦੇ ਆ ਔਰ ਤੁਹਾਡੇ ਮਾਈਂਡ 'ਚੋਂ ਚੱਲਦੇ ਜਾਂਦੇ ਆ, ਔਰ ਤੁਹਾਨੂੰ ਲਾਈਕ ਬਹੁਤ ਚਾਹੀਦਾ ਹੁੰਦਾ ਐਂਡ ਯੂ ਕੀਪ ਔਨ ਆਸਕਿੰਗ ਫॉर ਇਟ। ਓਕੇ, then what is wrong with it? ਇਟਸ ਨਾਟ ਗੁੱਡ ਕਿ ਤੁਹਾਨੂੰ ਹਰ ਚੀਜ਼ ਮਿਲ ਜਾਏਗਾ ਪਰ ਤੁਸੀਂ ਉਸਨੂੰ ਯੂਜ਼ ਨਹੀਂ ਕਰ ਰਹੇ। ਯੂ ਜਸਟ ਡਿਜ਼ਾਇਰ ਐਵਰੀਥਿੰਗ ਯੂ ਵਾਂਟ। ਤੁਸੀਂ ਉਹਦੇ ਬਾਰੇ ਹਰ ਚੀਜ਼ ਦੇ ਬਾਰੇ ਸੋਚਦੇ, ਤੁਸੀਂ ਦੇਖਦੇ ਹੋ, ਤੁਸੀਂ ਤੁਹਾਡੇ ਮੰਮੀ ਪਾਪਾ ਹਮੇਸ਼ਾ ਤੁਹਾਡੇ ਵਾਸਤੇ ਲੈਂਦੇ ਜਾਏंगे। ਇਟਸ ਨਾਟ ਗੁੱਡ ਉਹਨਾਂ ਦੇ ਪੈਸੇ ਜਾਂਦੇ ਹੈ ਜਸਟ ਬਿਕਾਜ਼ ਯੂ ਵਾਂਟ ਸਮਥਿੰਗ ਐਂਡ ਦੈਨ ਉਹ ਇतना ਹਾਰਡ ਸਪੈਂਡ ਕਰਦੇ, ਇतना ਟਾਈਮ ਸਪੈਂਡ ਕਰਦੇ ਤੁਹਾਡੇ ਵਾਸਤੇ ਪੈਸੇ ਬਣਾਉਂਦੇ, ਔਰ ਤੁਸੀਂ ਉਹਨਾਂ ਵਾਸਤੇ ਇतना ਬਹੁਤ ਬਹੁਤ ਲਾਈਕ ਪੈਸਾ ਜਾਣ ਦੇ ਰਹੇ ਹੋ। ਠੀਕ ਹੈ, that's ਠੀਕ ਹੈ, one way of looking at it, very good, thank you ਵੀਰ ਸਿੰਘ ਜੀ, it's good one। ਤੇ ਹੋਰ ਕੋਈ ਬੱਚਾ? ਹਾਂਜੀ, ਇੱਕ ਜੋਤ ਸਿੰਘ ਜੀ। desires ਆਪਣਾ ਉਹ ਆਪਣਾ ਉਹ ਬੈਡ ਵੌਇਸ ਤੇ ਜਾਂਦਾ ਹੈ ਬਿਕੋਜ਼ ਡਿਜ਼ਾਇਰਸ ਹੁੰਦੇ ਆ, ਤੁਸੀਂ ਡਿਜ਼ਾਇਰਸ ਕਰਦੇ ਹੋ, ਤੁਹਾਨੂੰ ਮਤਲਬ ਤੁਸੀਂ ਛੋਟੇ ਹੁੰਦੇ ਹੋ, ਤੁਸੀਂ ਛੋਟੇ ਹੁੰਦੇ ਹੋ, ਤੁਹਾਡੇ ਡਿਜ਼ਾਇਰ ਬਹੁਤ ਕਦੇ ਕਦੇ ਡਿਜ਼ਾਇਰ ਹੋਣਗੇ ਬਹੁਤ ਜ਼ਿਆਦਾ, ਦੈਨ ਵੱਡੇ ਹੋ ਕੇ ਤੁਹਾਨੂੰ ਯੂ ਵੋਂਟ ਟੇਕ ਨੋ ਐਜ਼ ਅ ਆਂਸਰ, ਯੂ ਕੀਪ ਔਨ ਇੱਕ ਹੋਰ ਬੋਲੂਗੇ ਐਂਡ ਯੂ ਸਟਾਪ ਨਹੀਂ ਕਰੋਗੇ ਟਿਲ ਯੂ ਹੈਵ ਇਟ। ਸੋ ਬਟ
and then when you have lots of things, you don't even take care of them, and it just becomes rubbish. Excellent. When a different kid, a good kid, that who doesn't have desires, he is good. Because the more you have. ਤੁਹਾਡਾ ਮਿਊਟ ਹੋ ਗਿਆ ਬੇਟੇ, ਤੁਸੀਂ ਕੀ ਕਹਿਣਾ ਚਾਹ ਰਹੇ ਸੀ? Because the more greedy you are, the more desire you have, the more greedy you become, and then greediness can lead to your life being ruined. Okay, ठीक है, it's a very heavy words, very good, thank you Ikjot Singh जी। हाँ जी, ਸਮਰਾਟ ਸਿੰਘ ਜੀ ਬੇਟੇ। ਜੇ ਤੁਸੀਂ ਕੀ ਕਹਿੰਦੇ ਹੋ, ਕੋਈ ਚੀਜ਼ ਲੈਣੀ ਹੈ ਤੇ ਫਿਰ ਤੁਸੀਂ ਦੁਬਾਰਾ ਇੱਕ ਚੀਜ਼ ਲੈਣੀ ਹੈ ਤੇ ਤੁਸੀਂ ਉਹੀ ਚੀਜ਼ ਯੂਜ਼ ਕਰ ਰਹੇ ਹੋ, ਪਰ ਜਿਹੜੀ ਤੁਹਾਡੇ ਕੋਲ ਪਹਿਲਾ ਚੀਜ਼ ਸੀ ਉਹ ਤੁਸੀਂ ਨਹੀਂ ਯੂਜ਼ ਕਰੋਗੇ। ਠੀਕ ਹੈ, ਮੈਂ ਸਮਝ ਰਿਹਾ ਤੁਹਾਡੀ ਗੱਲ, ਕਿ ਤੁਹਾਡੇ ਕੋਲ ਆਲਰੇਡੀ ਇੱਕ ਚੀਜ਼ ਹੈਗੀ ਹੈ, ਤੁਸੀਂ ਯੂਜ਼ ਨਹੀਂ ਕਰ ਰਹੇ ਪਰ ਹੋਰ ਲਈ ਜਾ ਰਹੇ ਹੋ, ਹੈ ਨਾ? ਇਹ ਕਹਿ ਰਹੇ ਹੋ ਤੁਸੀਂ? ਹਾਂਜੀ, ਠੀਕ ਹੈ, ਥੈਂਕ ਯੂ ਬੇਟੇ, ਦੈਟਸ ਵੈਰੀ ਗੁੱਡ। ਹਾਂਜੀ, ਇਹ ਆਪਾਂ ਸਮਝਣਾ ਹੀ ਸੀਗਾ ਕਿ ਵੀ ਸਾਰੇ ਬੱਚਿਆਂ ਨੂੰ ਸਮਝ ਆ ਰਹੀ ਹੈ ਕਿ ਵੀ ਵਾਈ ਇਜ਼ ਡਿਜ਼ਾਇਰ ਕੰਸੀਡਰਡ ਐਜ਼ ਅ ਬੈਡ ਵੌਇਸ ਐਂਡ ਨਾਟ ਅ ਗੁੱਡ ਵੌਇਸ, ਹੈ ਨਾ? ਇਹੀ ਆਪਾਂ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ, ਵਿਚ ਇਜ਼ ਵੈਰੀ ਗੁੱਡ। ਤੁਸੀਂ ਸਾਰਿਆਂ ਨੇ ਬੜੇ ਅਮੇਜ਼ਿੰਗ ਐਗਜ਼ਾਮਪਲਸ ਦਿੱਤੇ ਨੇ। ਵੀਰ ਸਿੰਘ ਜੀ, ਕੁਝ ਹੋਰ ਐਡ ਕਰਨਾ ਬੇਟੇ? ਐਡ ਨਹੀਂ ਹੈ, ਪਰ ਇਹ ਨਾ ਐਗਜ਼ਾਮਪਲ ਸੀਗਾ। ਮੈਂ ਨਾ ਇੱਕ ਬੁੱਕ ਪੜ੍ਹ ਰਿਹਾ ਸੀਗਾ ਜੋ ਬੋਲ ਰਿਹਾ ਸੀਗਾ ਇਟ ਵਾਸ ਅਬਾਊਟ ਡਿਜ਼ਾਇਰ, ਕਿ ਉਹ ਨਾ ਬੰਦਾ he was like he was having so much fun, ਪਰ ਇੱਕ ਦਿਨ ਉਹਦੇ ਫਰੈਂਡਸ ਕੋਲ ਇਤਨੀ ਚੀਜ਼ਾਂ ਸੀਗੇ, ਉਹ ਜੋ ਦੇਖ ਰਹੇ ਸੀਗਾ ਉਹਦੇ ਘਰ ਦੇ ਅੰਦਰ, ਤਾਂ ਉਹ ਆਪਣੇ ਪੈਰੈਂਟਸ ਕੋਲ ਡਿਜ਼ਾਇਰ ਕਰਦਾ ਕਿ ਮੈਨੂੰ ਇਹ ਚਾਹੀਦਾ, ਮੈਨੂੰ ਉਹ ਚਾਹੀਦਾ ਹੈ, ਮੈਨੂੰ ਇਹ ਚੀਜ਼ ਚਾਹੀਦੀ ਹੈ। तो वो लाइक वो डिजायर करता है कि मैनू ए चाਹੀਦਾ है, पर लाइक वो फिर ਉਹਦੇ पेरेंट्स उसको समझाते हैं कि तू बहुत डिजायर करता है, तेरे कोल बहुत चीज़ां है, तू उसको यूज नहीं करता। ਠੀਕ ਹੈ ਜੀ, ਠੀਕ ਹੈ, ਵੈਰੀ ਗੁੱਡ। ਹਾਂਜੀ, ਐਨੀਥਿੰਗ ਐਲਸ? ਕਿਸੇ ਬੱਚੇ ਨੇ ਹੋਰ ਕੁਝ ਐਡ ਕਰਨਾ ਹੈ? ਕੋਈ ਵੀ ਹੋਰ ਚੀਜ਼? ਐਂਬਰ ਕੌਰ ਜੀ, ਇਜ਼ देयर एनीथिंग एल्स यू वांट टू ऐड? ਨਹੀਂ। ਠੀਕ, ਤੁਹਾਨੂੰ ਸਮਝ ਆ ਗਈ ਸਾਰੀ ਗੱਲ ਬੇਟੇ? ਹਾਂਜੀ, ਠੀਕ ਹੈ, ਦੈਟਸ ਗੁੱਡ। ਠੀਕ ਹੈ ਨਾ? ਦੇਖੋ, ਬੜਾ ਇੰਟਰਸਟਿੰਗ ਸੀਗਾ, ਸਾਰੇ ਬੱਚਿਆਂ ਨੇ ਦੱਸਿਆ ਕਿ ਵੀ ਜਿਹੜੀਆਂ ਸਾਡੀ ਡਿਜ਼ਾਇਰਸ ਹੁੰਦੀਆਂ ਨਾ, ਡਿਜ਼ਾਇਰਸ ਆਰ ਐਂਡਲੈਸ। ਠੀਕ ਹੈ, ਜਦੋਂ ਅਸੀਂ ਕਿਸੇ ਇੱਕ ਚੀਜ਼ ਨੂੰ ਲੈਣ ਵਾਸਤੇ ਡਿਜ਼ਾਇਰ ਇੱਕ ਟਾਈਮ ਤੇ ਰੱਖਦੇ ਹਾਂ, ਜਦੋਂ ਸਾਨੂੰ ਮਿਲ ਜਾਂਦੀ ਹੈ then it just continues on, ਫਿਰ ਸਾਨੂੰ ਦੂਸਰੀ ਵੀ ਚਾਹੀਦੀ ਹੁੰਦੀ ਹੈ, ਫਿਰ ਉਹ ਮਿਲ ਜਾਂਦੀ ਹੈ, ਫਿਰ another one, then another one, then another one, it continues on। ਤੇ ਜਿਹੜਾ ਮੇਰਾ ਮਾਈਂਡ ਹੈਗਾ ਉਹ ਹਰ ਵੇਲੇ ਮੇਰੇ ਡਿਜ਼ਾਇਰਸ ਨੂੰ ਹੀ ਚੇਜ਼ ਕਰਦਾ ਰਹਿੰਦਾ ਹੈ। ਦੈਨ ਜਦੋਂ ਇਹ ਸਾਰਾ ਕੰਮ ਚੱਲਦਾ ਹੈ, ਦੈਨ ਕੀ ਹੁੰਦਾ ਹੈ, ਜਿਹੜਾ ਸਾਡਾ ਕਲਾਸਿਸ ਦਾ ਮੇਨ ਮੋਟਿਵ ਸੀਗਾ, ਜਿੱਥੋਂ ਆਪਾਂ ਗੱਲ ਸ਼ੁਰੂ ਕੀਤੀ ਸੀ, I have never been able to have the time to focus on my self improvement, ਕਿਉਂਕਿ ਉਹ ਆਪਣੀ ਡਿਜ਼ਾਇਰਸ ਨੂੰ ਹੀ ਚੇਜ਼ ਕਰਦਾ ਰਹਿੰਦਾ, ਲੇਕਿਨ ਮੇਰੇ ਆਪਣੇ ਸੈਲਫ ਨੂੰ ਇੰਪਰੂਵ ਕਰਨ ਵਾਸਤੇ ਕੋਈ ਟਾਈਮ ਹੀ ਨਹੀਂ ਬਚਦਾ। ਠੀਕ ਹੈ, ਇਟਸ ਵੈਰੀ ਗੁੱਡ। ਸਾਰੇ ਬੱਚਿਆਂ ਨੇ ਬੜੀਆਂ ਸੋਹਣੀਆਂ ਐਗਜ਼ਾਮਪਲਸ ਸ਼ੇਅਰ ਕੀਤੀਆਂ ਸੀ। ਲੈਟਸ ਮੂਵ ਔਨ ਟੂ ਦ ਸੈਕੰਡ ਵਨ, ਜਿਹੜਾ ਬੜਾ ਇੰਟਰਸਟਿੰਗ ਹੈਗਾ। ਬੜੇ ਸਾਰੇ ਬੱਚਿਆਂ ਨੇ ਆਪਣੇ ਹੋਮਵਰਕ ਵਿੱਚ ਲਿਖ ਕੇ ਭੇਜਿਆ ਹੋਇਆ ਇਹ ਵਾਲਾ, ਤੇ ਹੈਗਾ ਵੀ ਬੜਾ ਇੰਪੋਰਟੈਂਟ ਹੈ, ਜਿਹਦੇ ਤੇ ਆਪਾਂ ਨੂੰ ਥੋੜਾ ਜਿਹਾ ਟਾਈਮ ਲਗਾਉਣ ਦੀ ਲੋੜ ਹੈਗੀ ਹੈ। ਤੇ ਆਈ ਥਿੰਕ ਲੈਟਸ ਟਾਕ ਅਬਾਊਟ ਇਟ। ਤੇ ਕੌਣ ਬੱਚਾ ਸ਼ੇਅਰ ਕਰੇਗਾ ਸਭ ਤੋਂ ਪਹਿਲਾਂ? ਅੰਗਦ ਸਿੰਘ ਜੀ। ਹਾਂਜੀ। ਟਾਕਿੰਗ ਅਬਾਊਟ ਐਂਗਰ, ਤੁਹਾਨੂੰ ਗੁੱਸਾ ਆਉਂਦਾ ਹੈ? ਸਮਟਾਈਮਸ। ਓਕੇ, ਕਿਉਂ ਆਉਂਦਾ ਗੁੱਸਾ, ਦੱਸੋਗੇ? ਮੈਨੂੰ ਕਾइंड ऑफ रीजन नहीं पता। ਹਾਂਜੀ, ਕੀ ਬੋਲਿਆ ਬੇਟੇ?
ਮੈਨੂੰ kind of like ਰੀਜ਼ਨ ਨਹੀਂ ਪਤਾ। ਰੀਜ਼ਨ ਨਹੀਂ ਪਤਾ, ਪਰ ਗੁੱਸਾ ਵੈਸੇ ਹੀ ਆ ਜਾਂਦਾ ਹੈ ਜੀ। ਅੱਛਾ, ਕਿਹਦੇ ਨਾਲ ਗੁੱਸਾ ਕਰਦੇ ਹੋ ਤੁਸੀਂ? ਮੇਰੇ ਬ੍ਰਦਰ। ਓਕੇ, ਹੋਰ ਵੀ ਕਿਸੇ ਨਾਲ ਕਰਦੇ ਹੋ? ਨਹੀਂ। ਅੱਛਾ, ਤੇ ਕਿਉਂ ਕਰਦੇ ਹੋ ਆਪਣੇ ਬ੍ਰਦਰ ਨਾਲ ਗੁੱਸਾ? just sometimes ਮੈਨੂੰ ਤੰਗ ਕਰਦਾ ਹੈਗਾ। ਅੱਛਾ, ਤੁਹਾਡਾ ਬ੍ਰਦਰ ਤੁਹਾਨੂੰ ਤੰਗ ਕਰਦਾ ਹੈ, ਤੁਸੀਂ ਨਹੀਂ ਤੰਗ ਕਰਦੇ ਆਪਣੇ ਬ੍ਰਦਰ ਨੂੰ? well sometimes ਕਿਉਂਕਿ mostly ਉਹ ਕਰਦਾ ਹੈਗਾ। ਓਕੇ, ਅੱਛਾ, ਇਹ ਵੀ ਠੀਕ ਹੈ, ਠੀਕ ਹੈ ਨਾ। ਮੋਸਟਲੀ ਤਾਂ ਕੋਈ ਹੋਰ ਹੀ ਕਰਦਾ ਹੁੰਦਾ, ਬਟ ਅਸੀਂ ਵੀ ਰੋਲ ਪਲੇ ਕਰ ਦਿੰਦੇ ਹਾਂ ਸਮਟਾਈਮਸ, ਹੈ ਨਾ। ਠੀਕ ਹੈ, ਠੀਕ ਹੈ, ਥੈਂਕ ਯੂ ਬੇਟੇ, ਦੈਟਸ ਵੈਰੀ ਗੁੱਡ। ਹਾਂਜੀ, ਫਤਿਹ ਸਿੰਘ ਜੀ। ਜਦੋਂ ਮੈਂ ਸ਼ਾਪ ਦੇ ਵਿੱਚ ਗਿਆ ਸੀ, ਫਿਰ ਮੈਂ ਐਂਗਰੀ ਹੋ ਗਈ ਸੀ। ਮੇਰੀ ਮਾਮਾ ਨੇ ਕੁਝ ਲੈ ਕੇ ਤਾਂ ਬਾਹਰ ਕਰਨਾ ਸੀ, ਤੇ ਮੈਂ ਬਾਹਰ ਕਰਨਾ ਸੀ ਬਹੁਤ ਜ਼ਿਆਦਾ, ਫਿਰ ਮੈਂ ਐਂਗਰੀ ਹੋ ਗਿਆ। ਓਕੇ, ਸੋ ਤੁਸੀਂ ਆਪਣੀ ਡਿਜ਼ਾਇਰਸ ਨੂੰ ਚੇਂਜ ਕਰ ਰਹੇ ਸੀ, ਹੈ ਨਾ, ਪਰ ਉਹ ਮੰਮਾ ਨੂੰ ਤਾਂ ਪਤਾ ਸੀਗਾ ਕਿ ਚੀਜ਼ ਤੁਹਾਨੂੰ ਨਹੀਂ ਲੋੜ ਹੈ। ਤੁਹਾਨੂੰ ਯਾਦ ਆ ਉਹ ਵਾਲੀ ਚੀਜ਼ ਫਤਿਹ ਸਿੰਘ ਜੀ, ਜਿਹੜੀ ਆਪਾਂ ਡਿਸਕਸ ਕੀਤਾ ਸੀ, ਨੀਡ ਵਰਸਿਸ ਵਾਂਟ? ਇੱਕ ਕਲਾਸ ਪਹਿਲਾਂ ਆਪਾਂ ਗੱਲ ਕੀਤੀ ਸੀਗੀ ਕਿ ਵੀ ਸਾਨੂੰ ਕਿਹੜੀ ਚੀਜ਼ ਚਾਹੀਦੀ ਹੈ ਨਾ, ਕਿਹੜੀ ਨਹੀਂ ਚਾਹੀਦੀ। ਤੁਹਾਨੂੰ ਯਾਦ ਹੈ ਉਹ ਟੌਪਿਕ? ਮੈਨੂੰ ਪਤਾ ਟੋਏ ਸੀ ਉਹ। ਠੀਕ ਹੈ ਨਾ। ਫਿਰ ਹੁਣ ਹੋਇਆ ਕਿ ਮੇਰੀ ਜਿਹੜੀ ਡਿਜ਼ਾਇਰ ਸੀਗੀ, ਜਿਹੜੀ ਚੀਜ਼ ਨਾ ਮੇਰੀ ਵਾਂਟ ਸੀਗੀ, ਉਹ ਮੈਨੂੰ ਮਿਲੀ ਨਹੀਂ ਔਰ ਮੈਨੂੰ ਗੁੱਸਾ ਆ ਗਿਆ। ਠੀਕ ਹੈ ਤੁਸੀਂ ਨਾ? ਠੀਕ ਹੈ, ਥੈਂਕ ਯੂ ਬੇਟੇ, ਵੈਰੀ ਗੁੱਡ, ਵੈਰੀ ਗੁੱਡ। ਹਾਂਜੀ, ਇਕਦਾਤ ਕੌਰ ਬੇਟੇ। ਮੈਂ ਬੋਲਣਾ ਸੀ ਕਿ ਤੁਸੀਂ ਡਿਜ਼ਾਇਰਸ ਨੂੰ ਫੋਲੋ ਨਹੀਂ ਕਰਨਾ, ਕਿਉਂਕਿ ਇਟਸ ਸਮਥਿੰਗ that's something that you want and you don't need your wants, so you don't actually need it, you just want it because it looks good to you. ਠੀਕ ਹੈ, ਵੈਰੀ ਗੁੱਡ। ਐਂਡ ਹੁਣ ਜਿਹੜਾ ਦੂਜਾ ਹੈਗਾ ਨਾ ਐਂਬ, ਆਪਣਾ ਇਕਦਾਤ ਕੌਰ ਬੇਟੇ, ਅਸੀਂ ਨਾ ਗੱਲ ਕਰ ਰਹੇ ਹੁਣ ਗੁੱਸੇ ਬਾਰੇ, ਤੇ ਤੁਸੀਂ ਦੱਸੋਗੇ ਕਿ ਤੁਹਾਨੂੰ ਗੁੱਸਾ ਆਉਂਦਾ ਹੈ? ਹਾਂਜੀ। ਨਹੀਂ, ਸੌਰੀ ਐਂਬ, ਮੈਂ ਇਕਦਾਤ ਕੌਰ ਨਾਲ ਗੱਲ ਕਰ ਰਿਹਾ ਸੀ ਪਹਿਲਾਂ ਇੱਕ ਵਾਰੀ, ਉਹ ਬੋਲ ਰਹੇ ਸੀਗੇ ਤੇ ਮਿਊਟ ਹੋ ਗਿਆ ਉਹਨਾਂ ਦਾ। ਹਾਂਜੀ, ਮੈਨੂੰ ਗੁੱਸਾ ਆਉਂਦਾ। ਓਕੇ, ਤੇ ਕਿਉਂ ਆਉਂਦਾ ਗੁੱਸਾ? ਕਿਉਂਕਿ there's something that you wanted, because it's maybe something that you wanted and you didn't get it. Okay, is this the only reason ਸਾਨੂੰ ਗੁੱਸਾ ਆਉਂਦਾ ਹੈ ਕਿ ਕੋਈ ਹੋਰ ਵੀ ਨਹੀਂ, ਰੀਜ਼ਨ ਹੈ? there's more reasons why you can be mad. ਓਕੇ, ਤੇ ਕੋਈ ਹੋਰ ਇੱਕ ਰੀਜ਼ਨ ਦੱਸ ਸਕਦੇ ਹੋ ਤੁਸੀਂ? so ਕਿ like so ਜਿਸਾ ਕਿ ਅਗਰ ਤੁਹਾਡੇ ਫਰੈਂਡ ਨੇ ਤੁਹਾਡਾ ਫਰੈਂਡ ਨਹੀਂ ਬਣਨਾ ਸੀ, and someone is annoying you and you just tell them to stop, but they keep on doing it. ठीक है, ठीक है, that's good, excellent, excellent, very nice. हाँ जी, रिदान सिंह जी। ਮੈਨੂੰ ਗੁੱਸਾ ਆਉਂਦਾ ਜਦ ਮੇਰਾ ਫਰੈਂਡ ਮੇਰੀ ਗੱਲ ਨਹੀਂ ਸੁਣਦਾ ਔਰ ਨਹੀਂ ਬੋਲਦੇ ਕੁਛ ਵੀ। ਜਦੋਂ ਕੋਈ ਵੀ ਬੰਦਾ ਮੇਰੀ ਗੱਲ ਨਹੀਂ ਸੁਣਦਾ ਫਿਰ ਮੈਨੂੰ ਗੁੱਸਾ ਆ ਜਾਂਦਾ ਹੈ ਨਾ। ਹਾਂਜੀ, ਵੈਰੀ ਗੁੱਡ, ਠੀਕ ਹੈ, ਐਕਸਲੈਂਟ। ਹਾਂਜੀ, ਸਮਰਾਟ ਸਿੰਘ ਪੁੱਤਰ। ਮੈਨੂੰ ਐਂਗਰ ਆਉਂਦਾ ਜਦ ਪੀਪਲ ਮੈਨੂੰ ਅਨੋਏ ਕਰਦੇ ਨੇ, ਜਦ ਮੈਂ ਕੀ ਕਹਿੰਦੇ ਉਹ ਖੇਲਦਾ ਪਿਆ ਜਾਂ ਪੜ੍ਹਾਈ ਕਰਦਾ ਪਿਆ। ਓਕੇ, ਫਿਰ ਤੁਹਾਨੂੰ ਗੁੱਸਾ ਆ ਜਾਂਦਾ ਹੈ ਜਦੋਂ ਕੋਈ ਤੁਹਾਨੂੰ ਅਨੋਏ ਕਰ ਰਿਹਾ ਹੈ। ਹੋਰ ਵੀ ਕੋਈ ਰੀਜ਼ਨ ਹੈਗਾ ਯਾਰ ਸਮਰਾਟ ਸਿੰਘ, ਇਸ ਤੋਂ ਇਲਾਵਾ ਕੁਝ ਹੋਰ ਕੋਈ ਗੱਲ ਦੱਸ ਕਿਵੇਂ ਕਦੋਂ ਗੁੱਸਾ ਆਉਂਦਾ ਹੈ? ਹਾਂਜੀ, ਹੋਰ ਰੀਜ਼ਨਸ ਨੇ, ਜਿਵੇਂ ਕੋਈ ਅਨੋਏ ਕਰੇ, ਕੋਈ ਤੁਹਾਡੇ ਨਾਲ ਫਾਈਟ ਕਰੇ, ਤੁਹਾਡੇ ਨੂੰ ਬਸ ਚੜਾ ਰਿਹਾ ਹੈ। ਓਕੇ, ਅੱਛਾ, ਇੱਕ ਗੱਲ ਦੱਸੋ, ਇੱਕ ਹੋਰ ਕੁਐਸਚਨ ਹੈਗਾ ਕਿ ਜਦੋਂ ਤੁਹਾਨੂੰ ਕੋਈ ਅਨੋਏ ਕਰ ਰਿਹਾ ਹੈ
ਕਿ ਕੋਈ ਹੋਰ ਵੀ ਤਰੀਕਾ ਹੈਗਾ ਆਪਣੇ ਕੋਲ ਵੀ ਗੁੱਸਾ ਕਰੇ ਬਗੈਰ ਅਸੀਂ ਉਹਨੂੰ ਸਮਝਾ ਸਕਦੇ ਹਾਂ ਕੋਈ ਗੱਲ, ਕਿ ਗੁੱਸਾ ਹੀ ਕਰਨਾ ਪਏਗਾ ਸਾਨੂੰ ਜੇ ਸਾਨੂੰ ਕੋਈ ਅਨੋਏ ਕਰ ਰਿਹਾ ਤਾਂ? ਨਹੀਂ, ਗੁੱਸਾ ਨਹੀਂ ਕਰਨਾ ਪਏਗਾ। ਜੇ ਕੋਈ ਅਨੋਏ ਕਰ ਰਿਹਾ ਤੁਸੀਂ ਹਟ ਜਾ ਸਕਦੇ ਹੋ, ਉਹਦੇ ਤੋਂ ਦੂਰ ਲੈ ਸਕਦੇ ਹੋ। ਠੀਕ ਹੈ, ਦੈਟਸ ਵੈਰੀ ਗੁੱਡ। ਓਕੇ, ਦੂਰ ਵੀ ਜਾ ਸਕਦੇ ਹਾਂ। ਠੀਕ ਹੈ, ਚਲ ਦੈਟਸ ਗੁੱਡ। ਆਪਾਂ ਐਕਚੁਅਲੀ ਹੋਰ ਵੀ ਕਿਸੇ ਬੱਚੇ ਕੋਲੋਂ ਪੁੱਛਦੇ ਹਾਂ ਵਾਲਾ ਕੁਐਸਚਨ। ਥੈਂਕ ਯੂ ਯਾਰ, ਵੈਰੀ ਗੁੱਡ। ਹਾਂਜੀ ਵੀਰ ਸਿੰਘ ਜੀ। ਮੇਰੇ ਕੋਲ ਦੋ ਚੀਜ਼ਾਂ ਬੋਲਣੇ। ਠੀਕ ਹੈ। ਫਸਟ ਆਫ ਆਲ, ਤੁਸੀਂ ਕਦੇ ਕਦੇ ਤੁਹਾਨੂੰ ਕੋਈ ਕਾਰ ਦੇ ਅੰਦਰ ਜਾਂ ਕਿੱਥੇ ਅਨੋਏ ਕਰ ਰਿਹਾ ਹੈ ਔਰ ਜਿੱਥੇ ਤੁਸੀਂ ਬਾਹਰ ਨਹੀਂ ਨਿਕਲ ਸਕਦੇ, ਤਾਂ ਫਿਰ ਯੂ ਕਾਂਟ ਗੈਟ ਅਵੇ। ਪਰ ਸਮਟਾਈਮਸ ਜਦ ਤੁਹਾਨੂੰ ਅਨੋਏ ਹੁੰਦਾ ਹੈ, ਜਦ ਤੁਸੀਂ ਅਨੋਏ ਹੁੰਦੇ ਹੋ, ਤਾਂ ਤੁਸੀਂ ਉਸ ਆਲਸੋ ਇਗਨੋਰ ਕਰ ਸਕਦੇ ਹੋ ਕਿ ਜਿਵੇਂ ਯੂ ਆਰ ਬੈਡ ਐਟ ਦਿਸ ਔਰ ਯੂ ਆਰ ਬੈਡ ਐਟ ਦੈਟ, ਯੂ ਆਰ ਗੁੱਡ ਐਟ ਦੈਟ, ਯੂ ਆਰ ਨਾਟ ਗੁੱਡ ਐਟ ਦਿਸ। ਤਾਂ ਫਿਰ ਉਸਨੂੰ ਇਗਨੋਰ ਕਰ ਸਕਦੇ ਹੋ ਕਿਉਂਕਿ ਆਪਾਂ ਕਿਉਂਕਿ ਹਰ ਬੰਦੇ ਕੋਲ ਡਿਫਰੈਂਟ ਟੈਲੈਂਟ ਹੁੰਦੀ ਹੈ। ਔਰ ਦੂਸਰਾ, ਮੈਂ ਗੁੱਸਾ ਹੁੰਦਾ ਜਦੋਂ ਜਿਵੇਂ ਮੈਨੂੰ ਕੁਝ ਚਾਹੀਦਾ ਹੈ ਔਰ ਮੈਨੂੰ ਮਿਲਦਾ ਨਹੀਂ ਹੈ, ਤਾਂ ਲਾਈਕ ਗੁੱਸਾ ਆ ਜਾਂਦਾ। ਔਰ ਸਮਟਾਈਮਸ ਗੁੱਸਾ ਜਦੋਂ ਮੇਰੀ ਸਿਸਟਰ ਆ ਕੇ ਮੈਨੂੰ ਅਨੋਏ ਕਰਦੀ ਹੈ ਔਰ ਉਂਝੇ ਮੇਰੇ ਤੇ ਟੈਲ ਆਫ ਕਰਦੀ ਹੈ, ਤਾਂ ਮੈਨੂੰ ਗੁੱਸਾ ਆਉਂਦਾ ਹੈ ਕਿ ਉਹ ਮੈਨੂੰ ਫॉर नो रीजन ਮੇਰੇ ਤੇ ਟੈਲ ਆਫ ਕਰਦੀ ਹੈ। ਠੀਕ ਹੈ, ਠੀਕ ਹੈ, ਵੈਰੀ ਗੁੱਡ। ਓਕੇ, ਆਈ ਥਿੰਕ ਸਾਡੇ ਕੋਲ ਨਾ ਹਰਲੀਪ ਸਿੰਘ ਜੀ ਹੈਗੇ ਨੇ ਕਲਾਸ ਵਿੱਚ ਅੱਜ। ਹਰਲੀਪ ਸਿੰਘ, ਤੁਸੀਂ ਬੈਠੇ ਹੋ ਬੇਟੇ ਇਕਰਾਰ ਕੌਰ ਜੀ ਨਾਲ? ਹਾਂਜੀ। ਇੱਕ ਕੁਐਸਚਨ ਹੈ ਯਾਰ, ਪਲੀਜ਼ ਹੈਲਪ ਕਰੋ ਕਿ ਜੇ ਮੈਨੂੰ ਗੁੱਸਾ ਆ ਰਿਹਾ ਹੈ ਨਾ, ਜਿਵੇਂ ਬੱਚਿਆਂ ਨੇ ਕਿੰਨੇ ਸਾਰੇ ਐਗਜ਼ਾਮਪਲਸ ਸ਼ੇਅਰ ਕੀਤੇ ਹੋਣੇ, ਹਾਂਜੀ। ਜੇ ਮੈਂ ਕਹਾਂ ਕਿ ਵੀ ਮੈਂ ਆਪਣੀ ਸਿਰਫ ਗੁੱਡ ਵੌਇਸ ਨੂੰ ਹੀ ਲਿਸਨ ਕਰਨਾ ਹੈ, ਤੇ ਹੁਣ ਮੈਨੂੰ ਕੋਈ ਅਨੋਏ ਕਰ ਰਿਹਾ ਹੈ, ਤੇ ਮੈਂ ਕੀ ਕਰਾਂਗਾ ਫਿਰ? ਸਟੈਪ 1, ਤੁਸੀਂ ਉਹਨਾਂ ਨੂੰ ਇਗਨੋਰ ਕਰੋਗੇ ਜਾਂ ਫਿਰ ਤੁਸੀਂ ਕੋਈ ਅਡਲਟ ਨੂੰ ਦੱਸੋਗੇ। ਵਾਪਿਸ ਕਦੇ ਵੀ ਨਹੀਂ ਮਾਰਨਾ, ਕਿਉਂਕਿ ਜਦੋਂ ਮੈਂ ਛੋਟਾ ਹੁੰਦਾ ਸੀ, ਇੱਕ ਕੋਟ ਮੇਰੇ ਟੀਚਰ ਨੂੰ ਮੈਨੂੰ ਦੱਸਿਆ, 2 wrongs don't make a right। ਜਿਸ ਤਰ੍ਹਾਂ ਕਿ ਅਗਰ ਕੋਈ ਤੁਹਾਨੂੰ ਮਾਰੇਗਾ ਤੇ ਤੁਸੀਂ ਉਹਨੂੰ ਵਾਪਿਸ ਮਾਰੋਗੇ, ਪ੍ਰੋਬਲਮ ਕੋਈ ਫਿਕਸ ਨਹੀਂ ਹੋਏਗੀ। ਮਾਰਨ ਨਾਲ ਪ੍ਰੋਬਲਮ ਫਿਕਸ ਨਹੀਂ ਹੁੰਦੀ। ਠੀਕ ਹੈ ਨਾ, ਦੈਟਸ ਗੁੱਡ। ਜੇ ਆਪਾਂ ਫੋਕਸ ਰੱਖੀਏ ਯਾਰ ਹਰਲੀਪ ਸਿੰਘ, ਥੋੜਾ ਜਿਹਾ ਹੋਰ ਫੋਕਸ ਰੱਖੀਏ। ਜੇ ਇਫ ਆਈ ਐਮ ਜਸਟ very much concentrated only listening to the good voice, ठीक है, is there anything else we can do? ਹਾਂਜੀ, ਜੋ ਤੁਹਾਨੂੰ ਬੋਲ ਰਿਹਾ ਤੁਸੀਂ ਉਹਨੂੰ ਵਾਪਿਸ ਬੋਲ ਸਕਦੇ ਹੋ, ਜਿਸ ਤਰ੍ਹਾਂ ਕਿ stop it, this is not right। Excellent, that's very good, another very good thing। ਹਾਂਜੀ, ਠੀਕ ਹੈ, ਠੀਕ ਹੈ, ਥੈਂਕ ਯੂ ਹਰਲੀਪ ਸਿੰਘ ਜੀ, ਇਟ ਵਾਸ ਗੁੱਡ। ਤੇ ਆਈ ਥਿੰਕ ਬੱਚੇ ਹਲੇ ਹੋਰ ਕੁਝ ਕਰਨਾ ਚਾਹ ਰਹੇ ਕੰਟਰੀਬਿਊਟ। ਤੇ ਹਾਂਜੀ ਵੀਰ ਸਿੰਘ ਜੀ, ਐਨੀਥਿੰਗ ਐਲਸ? ਮੈਂ ਬੋਲਣਾ ਸੀਗਾ ਕਿ ਸਾਨੂੰ ਬੋਲਣਾ ਸੀਗੀ ਕਿ ਜਸਟ ਜੇ ਤੁਸੀਂ ਕਿਸੇ ਨੂੰ ਕੁਝ ਕਰਦੇ ਹੋ ਉਹ ਤੁਸੀਂ ਕੋਈ ਕੁਝ ਕਰਦਾ ਹੈ ਤੁਹਾਨੂੰ ਐਂਡ ਤੁਹਾਨੂੰ ਗੁੱਸਾ ਆਉਂਦਾ ਹੈ, ਜਸਟ ਬਿਕਾਜ਼ ਉਸਨੇ ਕੀਤਾ ਹੈ, ਉਸਨੂੰ ਕੀ ਫਰਕ ਪੈਣਾ ਹੈ? ਜਸਟ ਬਿਕਾਜ਼ ਉਸਨੇ ਤੁਹਾਨੂੰ ਗੁੱਸੇ ਚ ਮਾਰਤਾ ਹੈ, ਕੁਝ ਕੀਤਾ, ਉਸ ਤੋਂ ਕੀ ਫਰਕ ਪੈਣਾ, ਤੁਹਾਨੂੰ ਕੀ ਫਰਕ ਪੈਣਾ ਹੈ? ਉਹ ਕੁਝ ਹੁੰਦਾ ਹੈ, ਉਹ ਕੁਝ ਮੇਬੀ ਸਮਟਾਈਮਸ ਹੁੰਦਾ ਕਿ ਕੋਈ ਸੀਕ੍ਰੇਟ ਹੁੰਦਾ ਹੈ ਔਰ ਬੰਦਾ ਉਸਨੂੰ ਥ੍ਰੈਟਨ ਕਰਦਾ ਹੈ, ਉਸਨੂੰ ਬੋਲਦਾ ਕਿ ਟੈਲ ਮੀ ਸੀਕ੍ਰੇਟ ਔਰ ਡੂ ਦੈਟ। ਔਰ ਤੋਂ ਫਿਰ ਕੀ ਕਰ ਸਕਦੇ ਹੋ ਤੁਸੀਂ? ਤੁਸੀਂ ਫਸਟ ਆਫ ਆਲ ਤੁਸੀਂ ਉਸਨੂੰ ਇਗਨੋਰ ਕਰ ਸਕਦੇ ਹੋ। ਸੈਕੰਡ ਆਫ ਆਲ, ਨਾਟ ਜਸਟ ਸਪੀਕਿੰਗ ਬੈਕ, ਤੁਸੀਂ ਕਿਸੇ ਨੂੰ ਬੋਲ ਸਕਦੇ ਹੋ ਕਿ ਤੁਹਾਡਾ ਕੋਈ ਫਰੈਂਡ ਹੋਏ ਜਾਂ ਟੀਚਰ ਹੋਏ, ਤੁਹਾਡੇ ਕੋਲ ਕੋਈ ਨੈਕਸਟ ਟੂ ਹੋਏ ਜੋ ਤੁਸੀਂ ਜਿਸ ਨੂੰ ਜਾਣਦੇ ਹੋ, ਤੁਸੀਂ ਬੋਲ ਸਕਦੇ ਹੋ ਕਿ ਤੁਹਾਨੂੰ ਇਤਨੇ ਬਹੁਤ ਦਿਨਾਂ ਤੋਂ ਪ੍ਰੋਬਲਮ ਹੋ ਰਿਹਾ ਇਸ ਬੰਦੇ ਤੋਂ, ਜਾਂ ਮੈਨੂੰ ਬਹੁਤ ਥ੍ਰੈਟਨ ਕਰਦਾ ਹੈ, ਤਾਂ ਉਹ ਟੀਚਰ ਨਾਲ ਸਕੂਲ ਚ ਗੱਲ ਕਰ ਸਕਦੇ ਹੈ। तो फिर उन्हें पता चलता है कि एक बंदा उसको अनॉय कर रहा है, तो सेपरेट रहे थोड़े दिन वास्ते, तो ऐदा हो सकता है। स्टेप 2, you have to कदे कदे ਉਹ ਤੁਹਾਡੀ ਗੱਲ ਨਹੀਂ ਮੰਨਗੇ, ਪਰ you have to stand for yourself।
ਵੀ ਕਦੇ ਕਦੇ ਤੁਹਾਡੇ ਉਸ ਤੇ ਬੰਦੇ ਨਹੀਂ ਹੋਣਗੇ ਔਰ ਇਵਨ ਇਫ ਦੇ ਡੋਂਟ ਲਿਸਨ ਤੁਹਾਨੂੰ ਲਾਈਕ ਬੋਲਣਾ ਪੈਂਦਾ ਕਦੇ ਕਦੇ ਠੀਕ ਹੈ ਜੀ ਹਾਂਜੀ ਇਕਜੋਤ ਸਿੰਘ ਜੀ ਮਿਊਟ ਕਰ ਲਓ ਬੇਟਾ ਪਲੀਜ਼ ਥੈਂਕ ਯੂ ਹਾਂਜੀ ਠੀਕ ਹੈ ਨਹੀਂ ਅਮੇਜ਼ਿੰਗ ਵੈਰੀ ਗੁੱਡ ਐਗਜ਼ਾਮਪਲ ਸੀਗੇ ਦੇਖੋ ਨਾ ਅਸੀਂ ਜਦੋਂ ਗੱਲ ਕਰ ਰਹੇ ਨੇ ਕਨਸਟੈਂਟ ਫੋਕਸ ਰੱਖਿਆ ਕਿ ਸਾਨੂੰ ਗੁੱਸਾ ਕਦੋਂ ਆ ਰਿਹਾ ਹੈ ਜਦੋਂ ਅਸੀਂ ਆਪਣੀ ਬੈਡ ਵੌਇਸ ਨੂੰ ਲਿਸਨ ਕਰ ਰਹੇ ਹਾਂ ਸੋ ਉਹ ਬੈਡ ਵੌਇਸ ਕੀ ਬਾਰ-ਬਾਰ ਮੈਨੂੰ ਬੋਲ ਰਹੀ ਹੈ ਜਿਵੇਂ ਤੁਸੀਂ ਹੁਣੀ ਸਾਰੇ ਬੱਚਿਆਂ ਨੇ ਦੱਸਿਆ ਕਿ ਬਾਰ-ਬਾਰ ਕੀ ਬੋਲੀ ਜਾ ਰਹੀ ਮੈਨੂੰ ਕਿ ਵੀ ਮੈਨੂੰ ਕੋਈ ਬੰਦਾ ਅਨੋਏ ਕਰ ਰਿਹਾ ਹੈ ਨਾ ਮੈਨੂੰ ਕੋਈ ਬੰਦਾ ਬਗੈਰ ਕਿਸੇ ਗੱਲ ਦੇ ਕਦੇ ਇਦਾਂ ਹੁੰਦਾ ਕਿ ਵੀ there is no reason someone will just come and annoy me ਹਾਂਜੀ ਤਰਨ ਸਿੰਘ ਜੀ ਤੁਸੀਂ ਬੇਟੇ ਕੁਝ ਬੋਲਣਾ When somebody like annoys you, you don't annoy them back because it's practically your bad voice and your bad voice is saying annoy them back. ਤੇ ਫਿਰ what else can we do ਤਰਨ ਸਿੰਘ ਜੀ You can just listen to the good voice and then the good voice will say ignore it and then ignore it. ਠੀਕ ਹੈ that's good ਹੈ ਨਾ ਦੇਖੋ ਇਹ ਬੜੀ ਅੱਛੀ ਚੀਜ਼ ਹੈਗੀ ਕਿ ਤੁਸੀਂ ਐਟਲੀਸਟ ਇੱਕ ਸਟੈਪ ਫਾਰਵਰਡ ਆਪਾਂ ਸਾਰਿਆਂ ਨੇ ਲਰਨ ਕਰ ਲਿਆ ਹੁਣ ਕਿ ਅਸੀਂ ਇਹਨੂੰ ਇਗਨੋਰ ਵੀ ਕਰ ਸਕਦੇ ਹਾਂ ਰਾਦਰ ਦੈਨ ਰਿਪੀਟਿੰਗ ਦ ਸੇਮ ਮਿਸਟੇਕ ਵਿਚ ਇਜ਼ ਹੈਪਨਿੰਗ ਇਨ ਫਰੰਟ ਆਫ ਮੀ ਹੈ ਨਾ ਕੋਈ ਹੋਰ ਬੰਦਾ ਆਇਆ ਮੈਨੂੰ ਅਨੋਏ ਕਰ ਰਿਹਾ ਐਂਡ ਨਾਓ ਆਈ ਐਮ ਆਲਸੋ ਗੈਟਿੰਗ ਅਨੋਇਡ ਆਪਾਂ ਨੂੰ ਇਹ ਗੱਲ ਪਤਾ ਚੱਲ ਗਈ ਕਿ ਦਿਸ ਇਜ਼ ਨਾਟ ਦ ਰਾਈਟ ਵੇ ਲਿਸਨਿੰਗ ਟੂ ਦ ਬੈਡ ਵੌਇਸ ਹੈ ਨਾ ਇੱਕ ਇਗਨੋਰ ਕਰਤਾ ਕਿਸੇ ਨੂੰ ਅਸੀਂ ਆਪਣੇ ਜਿਹੜੇ ਵੀ ਇਨਫੋਰਮ ਕਰਤਾ ਐਲਡਰਸ ਨੂੰ ਅਸੀਂ ਕਿੰਨੀ ਸੋਹਣੀ ਐਗਜ਼ਾਮਪਲਸ ਉਹਨੇ ਹਰਲਿਪ ਸਿੰਘ ਨੇ ਵੀ ਡਿਸਕਸ ਕੀਤੀਆਂ ਸੀਗੀਆਂ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਗੁੱਸੇ ਦੇ ਨਾਲ ਅਸੀਂ ਕੋਈ ਵੀ ਚੀਜ਼ ਅਚੀਵ ਨਹੀਂ ਕਰਾਂਗੇ ਜੇ ਅਸੀਂ ਜ਼ਿਆਦਾ ਗੁੱਸਾ ਕਰਾਂਗੇ ਦੈਨ ਜਿਹੜੀ ਬੈਡ ਵੌਇਸ ਹੈ ਇਟ ਵਿਲ ਟੇਕ ਕੰਟਰੋਲ ਐਂਡ ਵੀ ਵਿਲ ਸਟਾਰਟ ਟੂ ਮੇਕ ਮੋਰ ਮਿਸਟੇਕਸ ਠੀਕ ਹੈ ਜਿਹੜਾ ਇਸ ਕਰਕੇ ਇਟ ਇਜ਼ ਵੈਰੀ ਇੰਪੋਰਟੈਂਟ ਕਿ ਸਾਨੂੰ ਇਹ ਗੱਲ ਅੱਛੀ ਤਰ੍ਹਾਂ ਸਮਝ ਆ ਗਈ ਇਹ ਹੁਣ ਜਿਹੜਾ ਹੋਮਵਰਕ ਹੈ ਨਾ ਹੁਣ ਹੋਮਵਰਕ ਵਿਚ ਸ਼ੁੱਡ ਬੀ ਵੈਰੀ ਇੰਟਰਸਟਿੰਗ ਹੁਣ ਜਦੋਂ ਨੈਕਸਟ ਟਾਈਮ ਤੁਹਾਨੂੰ ਗੁੱਸਾ ਆ ਰਿਹਾ ਦੈਨ ਯੂ ਨੀਡ ਟੂ ਅੰਡਰਸਟੈਂਡ ਵੈਰੀ ਕਲੀਅਰਲੀ ਕਿ ਇਹ ਜਿਹੜਾ ਗੁੱਸਾ ਹੈਗਾ ਇਹ ਤਾਂ ਮੈਂ ਪੜ੍ਹ ਲਿਆ ਹੁਣ ਤਾਂ ਆਣੇ ਨਹੀਂ ਚਾਹੀਦਾ ਮੈਨੂੰ ਹੈ ਨਾ ਕਿਉਂਕਿ ਹੁਣ ਅਸੀਂ ਡਿਸਕਸ ਇਸੇ ਕਰਕੇ ਕਰ ਰਹੇ ਹਾਂ ਕਿ ਜਦੋਂ ਨੈਕਸਟ ਟਾਈਮ ਯੂ ਆਰ ਇਨ ਦਿਸ ਸਿਚੁਏਸ਼ਨ ਵਾਟ ਇਜ਼ ਯੋਰ ਸਕੋਰ ਆਊਟ ਆਫ ਇਟ ਜਿਹੜਾ ਅਸੀਂ ਆਪਣੇ ਆਪ ਨੂੰ ਸਕੋਰਸ ਦੇ ਰਹੇ ਹਾਂ ਆਪਣੇ ਹੋਮਵਰਕ ਦੇ ਵਿੱਚ ਐਵਰੀ ਵੀਕ it will be interesting to see ਕਿ ਤੁਹਾਡਾ ਹੁਣ ਸਕੋਰ ਕੀ ਆਉਂਦਾ ਹੈ ਕਿ ਜੇ ਤੁਹਾਨੂੰ ਗੁੱਸਾ ਆਇਆ what did you do at that situation ਠੀਕ ਹੈ there are ways ਜੇ ਤੁਹਾਨੂੰ ਪਤਾ ਹੈ ਕਿ ਵੀ ਕੋਈ ਬੰਦਾ ਤੁਹਾਡੇ ਨਾਲ ਠੀਕ ਨਹੀਂ ਬਿਹੇਵ ਕਰ ਰਿਹਾ ਜਾਂ ਤੁਹਾਨੂੰ ਅਨੋਏ ਕਰ ਰਿਹਾ you can always talk to them ਠੀਕ ਹੈ there are number of times just by talking to someone ਅਸੀਂ ਪ੍ਰੋਬਲਮ ਸੋਲਵ ਕਰ ਸਕਦੇ ਹਾਂ ਹੈ ਨਾ ਅਸੀਂ rather than ਜਿਹੜੀਆਂ ਤੁਸੀਂ ਗੱਲਾਂ ਕਹੀਆਂ ignoring is okay but if by talking to someone by explaining someone still things are not working ਫਿਰ ਅਸੀਂ ਇਗਨੋਰ ਕਰ ਸਕਦੇ ਹਾਂ ਜਾਂ ਕਿਸੇ ਐਲਡਰ ਨੂੰ ਇਨਫੋਰਮ ਕਰ ਸਕਦੇ ਹਾਂ ਠੀਕ ਹੈ but it is very important ਕਿ ਵੀ ਜੇ ਮੇਰਾ ਬ੍ਰਦਰ ਹੈ ਜਾਂ ਮੇਰਾ ਫਰੈਂਡ ਹੈ ਜਾਂ ਕੋਈ ਵੀ ਹੈ ਜਾਂ ਸਿਸਟਰ ਹੈ ਕੋਈ ਵੀ ਜਿਹੜਾ ਮੇਰੇ ਨਾਲ ਬੈਠਾ ਹੈ ਜਾਂ ਮੈਨੂੰ ਕਿਧਰੋਂ ਬਾਹਰੋਂ ਆ ਕੇ ਮੇਰੇ ਰੂਮ ਵਿੱਚ ਅਨੋਏ ਕਰ ਰਿਹਾ ਹੈ I should talk to them ਹੈ ਨਾ ਮੈਨੂੰ ਉਹਨਾਂ ਨੂੰ ਐਕਸਪਲੇਨ ਕਰਨਾ ਪਵੇਗਾ ਓਕੇ ਬਟ ਫਿਰ ਅਗੇਨ I don't think that there will be always the same thing that without any reason someone is coming to annoy me. Okay? Both sare times gussa kyun aa raha hai? Kyunki things are not happening as I want them to happen. Na? ਚੀਜ਼ਾਂ ਜੋ ਮੈਂ ਚਾਹ ਰਿਹਾ ਉਹ ਨਹੀਂ ਹੋ ਰਿਹਾ ਜਦੋਂ ਐਦਾਂ ਹੁੰਦਾ ਹੈ ਜੋ ਵੀ ਮੈਂ ਚਾਹ ਰਿਹਾ ਹੁੰਦਾ ਤਾਂ ਮੈਨੂੰ ਲੱਗਦਾ ਇਹ ਇਸ ਤਰ੍ਹਾਂ ਤਾਂ ਹੋ ਨਹੀਂ ਰਿਹਾ ਬਟ ਮੇਰੀ ਤਾਂ ਸੋਚ ਇਸ ਤਰ੍ਹਾਂ ਕੰਮ ਕਰ ਰਹੀ ਹੈ this is how I want this to happen. ਹੁਣ ਉਹਦੇ ਵਿੱਚ ਕੀ ਹੁੰਦਾ ਹੈ ਮੈਨੂੰ ਇਹ ਵਾਲੀ ਫੀਲਿੰਗ ਆਣੀ ਸ਼ੁਰੂ ਹੋ ਜਾਂਦੀ ਹੈ ਕਿ ਨਾਓ ਸਮਨ ਐਲਸ ਇਜ਼ ਅਨੋਇੰਗ ਮੀ ਬਟ ਸਮਨ ਐਲਸ ਮੇ ਨਾਟ ਬੀ ਅਨੋਇੰਗ ਮੀ ਮੈਨੂੰ ਅੰਡਰਸਟੈਂਡ ਕਰਨ ਦੀ ਲੋੜ ਹੈਗੀ ਹੈ ਕਿ ਓਕੇ ਇਟ ਇਜ਼ ਜਸਟ ਮੀ ਜਿਸ ਨੂੰ ਮੈਂ ਆਪਣੇ ਵਾਲੀ ਫੋਕਸ ਕਰਨਾ ਹੋਏ ਨਾ ਸੋ ਦਿਸ ਇਜ਼ ਵੈਰੀ ਇੰਪੋਰਟੈਂਟ ਟੂ ਅੰਡਰਸਟੈਂਡ ਕਿ ਵੀ ਹਰ ਚੀਜ਼ ਸਿਰਫ ਉਦਾਂ ਹੀ ਫੰਕਸ਼ਨ ਨਹੀਂ ਕਰਦੀ ਜਿੱਦਾਂ ਅਸੀਂ ਚਾਹੁੰਦੇ ਹਾਂ we have to understand we have to fit in with the places ਜਿੱਥੇ ਵੀ ਜੋ ਵੀ ਰੂਲਸ ਹੈਗੇ ਨੇ ਅਸੀਂ ਉਹਨਾਂ ਨੂੰ ਜੇ ਫੋਲੋ ਕਰਾਂਗੇ ਤਾਂ ਅਸੀਂ I think ਥੋੜਾ ਜਿਹਾ ਆਪਣੇ ਐਂਗਰ ਤੇ ਕੰਟਰੋਲ ਕਰ ਸਕਦੇ ਹਾਂ but we need to understand first ਕਿ ਵੀ ਮੈਨੂੰ ਗੁੱਸਾ ਆ ਕਿਉਂ ਰਿਹਾ we just can't all the time
point finger at someone else and say ਮੈਨੂੰ ਗੁੱਸਾ ਤਾਂ ਹੀ ਆ ਰਿਹਾ ਹੈ ਕਿ ਕੋਈ ਬੰਦਾ ਮੈਨੂੰ annoy ਕਰ ਰਿਹਾ ਹੈ। That is not the only time ਜਦੋਂ ਸਾਨੂੰ ਗੁੱਸਾ ਆ ਰਿਹਾ ਹੈ। There are number of other times ਜਿਹੜਾ ਅਸੀਂ ਨਹੀਂ ਮੇਰੇ ਖਿਆਲ ਨਾਲ ਸ਼ਾਇਦ ਡਿਸਕਸ ਕੀਤਾ, ਮੈਨੂੰ ਗੁੱਸਾ ਆ ਰਿਹਾ ਹੈ, ਉਹ ਬਹੁਤ ਇੰਪੋਰਟੈਂਟ ਹੈ, ਉਹਨੂੰ ਵੀ ਥੋੜਾ ਜਿਹਾ ਤੁਸੀਂ ਸਮਝਣਾ ਹੈ ਔਰ ਆਪਣੇ ਆਪ ਨੂੰ, ਜਿਵੇਂ ਆਪਾਂ ਪਿਛਲੇ ਵਾਰੀ ਵੀ ਗੱਲ ਕੀਤੀ ਸੀ, ਸੈਲਫ ਰਿਫਲੈਕਟ ਕਰਨਾ ਹੈ। ਠੀਕ ਹੈ, ਆਪਣੇ ਆਪ ਵੱਲ ਦੇਖਣਾ ਹੈ। What did I do during the day? What did I do last week? ਹੈ ਨਾ, ਜੇ ਅਸੀਂ ਆਪਣੇ ਆਪ ਵੱਲ ਦੇਖਾਂਗੇ then I think it is bit easier to understand ਕਿ ਮੈਨੂੰ ਗੁੱਸਾ ਕਿਉਂ ਆ ਰਿਹਾ ਹੈ, ਮੈਂ ਗੁੱਸੇ ਨੂੰ ਕਿਵੇਂ ਕੰਟਰੋਲ ਕਰਨਾ ਹੈ, rather than just focusing on one thing ਕਿ ਵੀ ਕੋਈ ਬੰਦਾ ਮੈਨੂੰ annoy ਕਰ ਰਿਹਾ ਹੈ, ਕੋਈ second person, my brother, sister, friends, ਕੋਈ ਵੀ ABCD person is annoying me, ਹੈ ਨਾ। ਗੁੱਸਾ ਬਹੁਤ ਸਾਰੀਆਂ ਥਾਵਾਂ ਤੇ ਇਸ ਕਰਕੇ ਵੀ ਆ ਰਿਹਾ ਕਿ ਵੀ ਮੈਨੂੰ ਮੰਮੀ ਪਾਪਾ ਨੇ ਕਹਿਤਾ ਆਈਪੈਡ ਬੰਦ ਕਰ ਦਿਓ, ਨਾ ਮੈਨੂੰ ਗੁੱਸਾ ਆ ਗਿਆ। ਮੇਰਾ ਤਾਂ ਟਾਈਮ ਓਵਰ ਵੀ ਹੋ ਗਿਆ ਸੀ, ਪਰ ਫਿਰ ਵੀ ਮੈਂ ਤਾਂ ਹਾਲੇ ਹੋਰ ਦੇਖਣਾ ਸੀ, ਮੇਰਾ ਤਾਂ ਐਪੀਸੋਡ ਹੀ ਨਹੀਂ ਕੰਪਲੀਟ ਹੋਇਆ, ਮੈਨੂੰ ਗੁੱਸਾ ਆ ਗਿਆ, ਹੈ ਨਾ। ਮੈਂ ਇਹ ਰੋਟੀ ਖਾਣੀ ਨਹੀਂ ਸੀ, ਮੰਮੀ ਨੇ ਤਾਂ ਪਲੇਟ 'ਚ ਪਾ ਕੇ ਰੱਖਤੀ ਰੋਟੀ ਸਾਹਮਣੇ, ਹੁਣ ਇਹੀ ਖਾਣੀ ਪਏਗੀ, ਉਹ ਕਹਿ ਰਿਹਾ ਇਹੀ ਖਾਣੀ ਪਏਗੀ, ਹੁਣ ਮੈਨੂੰ ਫਿਰ ਗੁੱਸਾ ਆ ਗਿਆ, ਹੈ ਨਾ। ਮੈਂ ਕੁਛ ਹੋਰ ਖੇਡਣਾ ਸੀ, ਪਰ ਮੇਰੇ ਭਰਾ ਨੇ ਜਾਂ ਸਿਸਟਰ ਨੇ ਮੇਰੇ ਨਾਲ ਕੁਛ ਹੋਰ ਖੇਡਣਾ ਸੀ, ਮੈਨੂੰ ਫਿਰ ਵੀ ਗੁੱਸਾ ਆ ਗਿਆ। ਐਦਾਂ ਹੁੰਦਾ ਸਾਰੇ ਬੱਚਿਆਂ ਨਾਲ? ਕੋਈ ਬੱਚਾ ਹੈਗਾ ਜਿਹਦੇ ਨਾਲ ਇਸ ਤਰ੍ਹਾਂ ਨਹੀਂ ਹੁੰਦਾ? ਹਾਂਜੀ, ਮੇਰਾ ਨਹੀਂ ਹੁੰਦਾ ਹੈਗਾ, ਬਟ अब मेरा ਹੁੰਦਾ ਹੈਗਾ ਜਿਸ ਤਰ੍ਹਾਂ ਮੈਂ ਕੁਝ ਖੇਡਣਾਗਾ ਫਿਰ ਮੇਰਾ brother ਕਹਿੰਦਾ ਨਹੀਂ ਮੈਂ ਕੁਝ ਹੋਰ ਖੇਡਣਾਗਾ। ਹੈ ਨਾ, ਦੇਖੋ ਬੜੇ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਅਸੀਂ ਦੇਖਣੀਆਂ ਨੇ ਕਿ ਵੀ ਗੁੱਸਾ ਕਿਉਂ ਆ ਰਿਹਾ ਮੈਨੂੰ। ਠੀਕ ਹੈ, ਸੋ ਵੀ ਨੀਡ ਟੂ ਫੋਕਸ। 100% ਸਾਨੂੰ ਅਸੀਂ ਸਾਰਿਆਂ ਨੇ ਇਕੱਠਿਆਂ ਸਿੱਖ ਲਿਆ ਗੁੱਸਾ ਇਜ਼ ਅ ਬੈਡ ਵੌਇਸ। ਠੀਕ ਹੈ, ਐਂਡ ਇਟ ਇਜ਼ ਹੈਪਨਿੰਗ ਕਿਉਂਕਿ ਮੈਂ ਜੋ ਚਾਹ ਰਿਹਾ ਉਹ ਨਹੀਂ ਹੋ ਰਿਹਾ। ਠੀਕ ਹੈ, ਸੋ ਸਾਨੂੰ ਇਹ ਸਮਝਣਾ ਪਏਗਾ ਕਿ ਵੀ ਇਹ ਗੁੱਸਾ ਕਿਉਂ ਆ ਰਿਹਾ ਹੈ। ਸਿਰਫ ਪੁਆਇੰਟ ਫਿੰਗਰ ਕਰਕੇ ਅਸੀਂ ਜਸਟੀਫਾਈ ਨਹੀਂ ਕਰ ਸਕਦੇ ਕਿ ਹੁਣ ਸਮਨ ਐਲਸ ਇਜ਼ ਅਨੋਇੰਗ ਮੀ ਤੇ ਮੈਨੂੰ ਗੁੱਸਾ ਆ ਗਿਆ, ਇਟ ਇਜ਼ ਓਕੇ। ਸੋ ਅਸੀਂ ਇਹਨੂੰ ਜਸਟੀਫਾਈ ਨਹੀਂ ਕਰਨਾ, ਅਸੀਂ ਇਹਨੂੰ ਸਮਝਣਾ ਕਿ ਓਕੇ ਇਫ ਆਈ ਐਮ ਲਿਸਨਿੰਗ ਟੂ ਦ ਗੁੱਡ ਵੌਇਸ ਵਾਟ ਸ਼ੁੱਡ ਬੀ ਮਾਈ ਐਕਸ਼ਨ ਹੀਅਰ। ਠੀਕ ਹੈ, ਇਨ ਐਵਰੀ ਸਿਚੁਏਸ਼ਨ ਵੇਅਰ ਐਵਰ ਆਈ ਐਮ। ਠੀਕ ਹੈ, ਕਿਸੇ ਵੀ ਸਿਚੁਏਸ਼ਨ ਵਿੱਚ, ਜੋ ਆਪਾਂ ਹੁਣੇ ਕਿੰਨੇ ਸਾਰੀਆਂ ਚੀਜ਼ਾਂ ਸ਼ੇਅਰ ਕੀਤੀਆਂ ਆਪਣੇ ਇੱਕ ਦੂਜੇ ਨਾਲ। ਠੀਕ ਹੈ, ਕੋਈ ਕੁਐਸਚਨ ਹੈਗਾ ਜੀ? ਕੋਈ ਚੀਜ਼ ਹੈਗੀ ਜਿਹੜੀ ਨਹੀਂ ਕਲੀਅਰ ਹੋਈ ਕਿਸੇ ਬੱਚੇ ਨੂੰ? ਮੈਨੂੰ ਦੱਸੋ ਬੇਟੇ। ਮੈਨੂੰ ਕਹਿਣਾ ਹੋਮਵਰਕ ਨਹੀਂ ਸਮਝ ਆ ਰਿਹਾ। ਹਾਂਜੀ ਬੇਟੇ, ਹੋਮਵਰਕ ਤੇ ਹਲੇ ਆਪਾਂ ਗੱਲ ਹੀ ਨਹੀਂ ਕਰ ਰਹੇ। ਹੁਣੇ ਆਪਾਂ ਨਾ ਹਲੇ ਸਿਰਫ ਇਹੀ ਗੱਲ ਕਰ ਰਹੇ ਹਾਂ ਕਿ ਵੀ ਜੋ ਹੁਣੇ ਆਪਾਂ ਲਾਸਟ 10 ਮਿੰਟਸ ਵਿੱਚ ਜਿਹੜੀ ਗੱਲ ਕੀਤੀ ਹੈ, ਇਹਦੇ ਵਿੱਚ ਕੋਈ ਕੁਐਸਚਨ ਹੈਗਾ ਗੁੱਸੇ ਨੂੰ ਲੈ ਕੇ? ਕੀ ਹੈਗਾ ਕੁਐਸਚਨ? ਹੈਗਾ ਤਾਂ ਪੁੱਛ, ਜੇ ਨਹੀਂ ਹੈ ਤਾਂ ਬੋਲੋ। ਠੀਕ ਹੈ। ਠੀਕ ਹੈ ਜੀ, ਥੈਂਕ ਯੂ ਬੇਟੇ। ਠੀਕ ਹੈ ਜੀ, ਹਾਂਜੀ ਓਕੇ, ਚਲੋ ਜੀ। ਫਿਰ ਇਫ देयर इज नो अदर क्वेश्चंस लेट्स मूव ऑन विद द ग्रीड। ठीक है, ਹਾਂਜੀ ਜੈਮਨ ਸਿੰਘ ਜੀ, ਗਰੀਡ ਬਾਰੇ ਤੁਸੀਂ ਦੱਸੋਗੇ ਵੀ ਇਹ ਕੀ ਚੀਜ਼ ਹੁੰਦੀ ਹੈ ਯਾਰ? what do you mean by greed? So greed is basically about like we want something. ਹਾਂਜੀ ਹਾਂਜੀ, ਫਿਰ if we want something, does this considered as greed? It is means that you're being greedy because you're getting you like you want that, then you want that. Your greediness never ends. Excellent, very good. ਹਾਂਜੀ ਫਤਿਹ ਸਿੰਘ ਜੀ। Being greedy is not okay. Okay, why? Because when you see money and you want to get it and you chase after it while it was just playing, then you be greedy. ठीक है, very good. Excellent. ਹਾਂਜੀ ਸਮਰਤ ਸਿੰਘ ਜੀ। Greediness
the greenest kind of desires थोड़ा just same है क्योंकि ਉਹ ਚੀਜ਼ ਤੁਹਾਨੂੰ ਚਾਹੀਦੀ ਹੈ ਤੇ greenest ਵੀ ਉਹ ਚੀਜ਼ ਹੈ ਕਿ ਤੁਹਾਨੂੰ ਚਾਹੀਦੀ ਹੈ kind of ठीक है वेरी गुड ठीक है दैट्स गुड ओके हाँ जी तरन सिंह जी in that photo of the greed, that guy is like chasing for money, and instead of him like getting money for free, he should like work for it and not be greedy and get. ठीक है वेरी गुड हाँ जी रिदान सिंह जी When you be greedy one time, you start to get a habit of being greedy, and whenever you see something you really want, you just start being greedy and want to get it. ठीक है that's also good हाँ जी इकजोत सिंह जी मैं एग्जांपल शेयर कर सकदा हाँ जी बेटे ਮੈਨੂੰ ਰਿਮੈਂਬਰ ਹੈਗਾ ਇੱਕ ਸਟੋਰੀ that ਅਸੀਂ ਇੱਥੇ ਮੇਰਾ ਇੱਥੇ ਸੈਸ਼ਨ ਵਿੱਚ ਲਰਨ ਕੀਤੀ ਸੀ ਇੱਕ ਬੱਚਾ ਸੀ ਉਹ ਆਪਣਾ ਸ਼ਾਪਸ ਗਏ ਸੀ ਆਪਣੇ ਉਹ ਲੈਣ ਨੂੰ ਆਪਣਾ ਡਰੈਸ ਲੈਣ ਨੂੰ ਸਕੂਲ ਵਾਸਤੇ ਔਰ ਉੱਥੇ ਜਾਂਦੇ ਵਕਤ ਉਹਨੂੰ ਟੂਰਿਸਟ ਆਈਲੈਂਡ 'ਚ ਦਿਖ ਗਿਆ ਉਹ ਬਾਅਦ ਤੋਂ ਉਹਨੇ he wanted to buy it he had greed he was very greedy he wanted to buy it so he told his mom to can I have it and he kept annoying her and but then his mom and dad explained if you're greedy now greediness is not okay because if you're greedy now when you grow up your life will be really hard for example like when you see a very rich house you'll get greedy and want the same thing yeah like and then it'll make your life really hard and you won't be able to get things like ਪਤਾ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿਆਂ ਬੇਟੇ ਕਿਤੇ ਕੀ ਹੁੰਦਾ ਹੈ ਕਿ ਵੀ ਜਿਵੇਂ ਸਪੋਜ਼ ਤੁਸੀਂ ਨਾ ਕਿਸੇ ਰੈਸਟੋਰੈਂਟ ਤੇ ਜਾ ਰਹੇ ਹੋ ਜਿੱਥੇ ਤੁਹਾਨੂੰ ਬਫੇ ਫੂਡ ਹੈਗਾ ਠੀਕ ਹੈ ਯੂ ਕੈਨ ਈਟ ਵਾਟ ਐਵਰ ਯੂ ਕੈਨ ਠੀਕ ਹੈ ਹੁਣ ਤੁਸੀਂ ਜਾ ਕੇ ਆਪਣੀ ਪਲੇਟ ਵਿੱਚ ਇੰਨਾ ਜ਼ਿਆਦਾ ਖਾਣਾ ਪਾ ਲਿਆ ਕਿ ਜਿੰਨਾ ਹੁਣ ਤੁਸੀਂ ਖਾ ਹੀ ਨਹੀਂ ਸਕਦੇ ਠੀਕ ਹੈ ਤੁਸੀਂ ਸਾਰੇ ਪਾਸੇ ਫਿਰ ਕੇ ਆਪਣੀ ਪਲੇਟ ਭਰ ਲਈ This is being greedy. I am getting more than I can eat. ठीक है इतना मैं एक एग्जाम्पल दे रहे हैं सिर्फ टू अंडरस्टैंड ठीक है दिस इज जस्ट वन थिंग देर आर नंबर ऑफ थिंग्स लाइक दिस बट एक मैं ਤੁਹਾਨੂੰ एग्जाम्पल दे रहा समझण वास्ते सिर्फ कि ਜਿਹੜੀ ਚੀਜ਼ ਮੇਰੀ ਲੋੜ ਨਹੀਂ ਹੈ ਮੈਂ ਉਹਨੂੰ ਵੀ ਇਕੱਠਾ ਕਰਨ ਲਈ ਦੌੜੀ ਜਾ ਰਿਹਾ ਜਿਹੜੀ ਮੈਂ ਯੂਜ਼ ਹੀ ਨਹੀਂ ਕਰ ਸਕਦਾ ਜਿੰਨਾ ਮੈਂ ਫੂਡ ਖਾ ਹੀ ਨਹੀਂ ਸਕਦਾ ਮੇਰੇ ਕੋਲ ਇੱਕ ਟੌਏ ਹੈਗਾ ਇੱਕ ਸੇਮ ਕਿਸਮ ਦਾ ਟੌਏ ਹੈਗਾ ਹੁਣ ਆਈ ਵਾਂਟ ਜੇ ਪੂਰੀ ਸੀਰੀਜ਼ ਹੈਗੀ ਹੈ ਤਾਂ ਪੂਰੀ ਸੀਰੀਜ਼ ਤੇ ਸਾਰੇ ਟੌਇਜ਼ ਚਾਹੀਦੇ ਨੇ ਠੀਕ ਹੈ ਪਰ ਮੇਰੇ ਕੋਲ ਤਾਂ ਇੱਕ ਟੌਏ ਹੈਗਾ ਬਟ ਨਾਓ ਆਈ ਵਾਂਟ ਆਲ ਆਫ them ਸੇਮ ਸੀਰੀਜ਼ ਦੇ ਜਿੰਨੇ ਸਾਰੇ ਕੈਰੈਕਟਰਸ ਹੋਣਗੇ ਜਿੰਨੇ ਵੀ ਟੌਇਜ਼ ਹੋਣਗੇ ਆਈ ਵਾਂਟ ਆਲ ਆਫ them ਦਿਸ ਇਜ਼ ਬੀਇੰਗ ਗ੍ਰੀਡੀ ਠੀਕ ਹੈ ਇਹ ਮੈਂ ਸਿਰਫ ਤੁਹਾਨੂੰ ਤਾਂ ਦੱਸ ਰਿਹਾ ਕਿ ਵੀ ਆਈ ਥਿੰਕ ਇਟ ਵਿਲ ਮੇਕ ਇਟ ਬਿਟ ਈਜ਼ੀਅਰ ਟੂ ਅੰਡਰਸਟੈਂਡ ਕਿ ਵੀ ਗ੍ਰੀਡੀਨੈਸ ਕੀ ਹੁੰਦੀ ਹੈ ਠੀਕ ਹੈ मैं कोई एग्जांपल पूछ सकदा हाँ जी बेटे हम एक ना बंदा होता है ਉਹ ਪੈਸੇ ਵਾਸਤੇ ਵਰਕ ਕਰਦਾ ਸੀਗਾ ਸੋ ਉਹਦੇ ਚਿਕਨ ਦੀ ਫਾਰਮ ਹੁੰਦੀ ਸੀਗੀ ਤੋ ਉਹ ਨਾ ਉਸ ਫਾਰਮ ਤੋਂ ਇੱਕ ਚਿਕਨ ਹੁੰਦਾ ਹੈ
ਉਹਨੇ ਇੱਕ ਵਾਰੀ ਉਸਨੇ 골ਡਨ ਐਗ ਲੈ ਕੀਤਾ तो वो गोल्डन एग बहुत अच्छा गया तो उसने सेल करना शुरू किया तो सेल जब उसने किया एक तो उसको पैसे मिलते सी कि सारे तो अच्छा आ गया सीगा तो उस तो बाद हर दिन वो जो चिकन सीगे वो हमेशा एक गोल्डन एग ले कर दी सीगी और एक दिन और जो फार्मर ਸੀਗਾ ਜਿਸ ਕੋਲ ਚਿਕਨ ਵਾਲਾ ਸੀਗਾ ਫਾਰਮ ਉਸ ਨੂੰ ਲੱਗਿਆ ਕਿ ਜੇ ਮੈਂ ਚਿਕਨ ਮਾਰਾਂਗਾ तो मे बी अब मैंने बड़े सारे गोल्डन एग्स इनसाइड मिल जाएंगे तो उसने सोचा था तो एक दिन उसने ट्राई किया था तो जब उसने कट्टा सीगा ना चिकन ਨੂੰ तो फिर चिकन ने वो चिकन मर गया सीगा पर ਜਦੋਂ चिकन मरे ਸੀ कुछ बाहर नहीं आया फिर उसको लग गया मैं बड़ी ग्रीडी च किता सीगा तो फिर उस तो फिर कोई गोल्डन एग नहीं मिलता सीगा देखो ਹੁਣ ਤਾਂ ਚਿਕਨ ਮਰ ਗਿਆ ਹੁਣ ਕਿੱਥੋਂ 골ਡਨ ਐਗ ਮਿਲੇਗਾ ਦੈਟਸ ਵੈਰੀ ਗੁੱਡ ਅੱਛੀ ਸਟੋਰੀ ਸੀਗੀ ਯਾਰ ਵੈਰੀ ਨਾਈਸ ਥੈਂਕਸ ਫॉर ਸ਼ੇਅਰਿੰਗ ਬੜੀ ਵਧੀਆ ਸੀਗੀ ਇਹ ਸਾਰੇ ਬੱਚਿਆਂ ਨੂੰ ਸਮਝ ਆਈ ਜਿਹੜੀ ਉਹਨੇ ਵੀਰ ਸਿੰਘ ਜੀ ਨੇ ਸਟੋਰੀ ਦੱਸੀ ਹੈਗੀ ਹੈ ਹਾਂਜੀ very good now perfect ਹਾਂਜੀ ਚਲੋ ਵੈਰੀ ਗੁੱਡ ਥੈਂਕ ਯੂ ਵੀਰ ਸਿੰਘ ਜੀ ਵਾਂਸ ਅਗੇਨ ਸ਼ੇਅਰਿੰਗ ਤੇਰੀ ਬੜੀ ਅਮੇਜ਼ਿੰਗ ਸਟੋਰੀ ਸੀਗੀ ਦੇਖੋ ਗ੍ਰੀਡੀਨੈਸ ਦੇ ਉੱਤੇ ਵੈਰੀ ਗੁੱਡ ਹਾਂਜੀ ਐਂਬਰ ਕੌਰ ਹਾਂਜੀ ਬੇਟਾ ਤੈਨੂੰ ਹੈਂਡ ਰੇਜ਼ਡ ਹੈ ਡੂ ਯੂ ਵਾਂਟ ਟੂ ਸੇ ਐਨੀਥਿੰਗ I have one question. ਹਾਂਜੀ Is a millionaire a greedy person? ਹਾਂਜੀ sorry repeat Is a millionaire a greedy person? madam it is not कि भी someone is a millionaire or not a millionaire ठीक है that is not a definition of a greediness ठीक है it is what I have today I'm not satisfied with it and I'm always wanting to have more and more and more ठीक है that is what is greediness if a millionaire wants to become a billionaire then definitely that individual is a greedy ਠੀਕ ਹੈ ਐਂਬਰ ਕੌਰ ਜੀ ਜਿਹੜਾ ਤੁਸੀਂ ਵੀਰ ਜੀ ਨੇ ਲੰਗਰ ਵਾਲਾ ਐਗਜ਼ਾਮਪਲ ਵੀ ਦਿੱਤਾ ਸੀ ਨਾ ਉਸ ਤੋਂ ਵੀ ਸਮਝਾ ਸਕਦੇ ਹੋ ਦੁਬਾਰਾ ਹਾਂਜੀ ਜਿਹੜਾ ਰੋਟੀ ਵਾਲਾ ਤੁਸੀਂ ਦਿੱਤਾ ਸੀ ਨਾ ਉਸ ਤੋਂ ਦੁਬਾਰਾ ਸਮਝਾ ਸਕਦੇ ਹੋ ਦੇਖੋ ਜ਼ਰੂਰੀ ਨਹੀਂ ਕਿ ਉਹ ਰਿਚ ਪਰਸਨ ਸੀ ਜਾਂ ਪੂਅਰ ਪਰਸਨ ਸੀ ਹਾਂਜੀ ਜਦ ਅਸੀਂ ਗਏ ਤੇ ਬਫੇ ਲੱਗਿਆ ਸੀਗਾ ਉਸ ਤੋਂ ਦੁਬਾਰਾ ਸਮਝਾ ਸਕਦੇ ਹੋ ਉਹਨੂੰ ਹਾਂਜੀ ਹਾਂ ਉਹ ਦੁਬਾਰਾ ਕਰ ਲੈਣਾ ਐਗਜ਼ਾਮਪਲ ਹੈ ਨਾ ਉਹ ਇਹ ਸੇਮ ਚੀਜ਼ ਹੈ ਬੇਟੇ ਜਿਹੜਾ ਮਿਲੀਅਨਰ ਹੈ ਉਹ ਵੀ ਰੋਟੀ ਖਾ ਰਿਹਾ ਨਾ ਇਟ ਇਜ਼ ਦ ਸੇਮ ਥਿੰਗ ਕਿ ਵੀ ਮੈਂ ਰੋਟੀ ਖਾਣ ਵਾਸਤੇ ਜਾ ਰਿਹਾ ਮੇਰੇ ਕੋਲ ਚੋਇਸ ਹੈਗੀ ਹੈ ਆਈ ਕੈਨ ਈਟ ਵਾਟਐਵਰ ਫਰੋਮ ਦ ਟੇਬਲ ਹੈ ਨਾ ਬਟ ਇਹ ਹੁਣ ਮੈਨੂੰ ਪਤਾ ਹੈ ਕਿ ਹਾਊ ਮਚ ਕੈਨ ਆਈ ਰੀਅਲੀ ਈਟ ਐਂਡ ਡਾਈਜੈਸਟ ਜਿਹਦੇ ਨਾਲ ਮੇਰਾ ਪੇਟ ਨਹੀਂ ਖਰਾਬ ਹੋਏਗਾ ਬਟ ਬਿਕੋਜ਼ ਸਾਰਾ ਕੁਝ ਇੰਨਾ ਵਧੀਆ ਦਿਖ ਰਿਹਾ ਮੇਰਾ ਸਾਰੀਆਂ ਚੀਜ਼ਾਂ ਮੇਰੀਆਂ ਫੇਵਰੇਟ ਹੈ ਆਮ ਕੀਪ ਔਨ ਫਿਲਿੰਗ ਅਪ ਮੈਂ ਭਰੀ ਜਾ ਰਿਹਾ ਆਪਣੀ ਪਲੇਟ ਐਂਡ ਆਫ ਦ ਡੇ ਜੇ ਮੈਂ ਉਹ ਖਾ ਲਾਂਗਾ ਤਾਂ ਮੈਂ ਸਿੱਕ ਹੋ ਜਾਵਾਂਗਾ ਜੇ ਨਹੀਂ ਖਾਵਾਂਗਾ ਤਾਂ ਜੋ ਵੀ ਮੈਂ ਲੈ ਕੇ ਆਇਆ ਸਾਰਾ ਵੇਸਟ ਹੋ ਜਾਏਗਾ ਦਿਸ ਇਜ਼ ਦ ਸਾਈਨ ਆਫ ਗ੍ਰੀਡੀਨੈਸ ਠੀਕ ਹੈ ਮੈਨੂੰ ਜਿੰਨੀ ਚੀਜ਼ ਦੀ ਲੋੜ ਹੈ ਮੈਨੂੰ ਉਨੀ ਹੀ ਲੈਣੀ ਹੈ ਠੀਕ ਹੈ ਦਿਸ ਇਜ਼ ਵਾਟ ਇਟ ਇਜ਼ ਵਾਟ ਵੈਰੀ ਕਲੀਅਰ ਐਕਸਪਲੇਨੇਸ਼ਨ ਕਿ ਵੀ ਜੇ ਹੁਣ ਵੀਰ ਸਿੰਘ ਜੀ ਨੇ ਕਿੰਨਾ ਵਧੀਆ ਸ਼ੇਅਰ ਕੀਤਾ ਸੀਗਾ ਉਹਨੂੰ ਬੰਦੇ ਨੂੰ ਵੀ ਮਿਲ ਰਿਹਾ ਸੀ ਦੇਖੋ ਵਧੀਆ ਉਹ ਐਗ ਮਿਲ ਰਿਹਾ ਸੀ ਉਹਨੂੰ ਫਸਟ ਕਲਾਸ ਉਹਦੀ ਰੋਟੀ ਚੱਲ ਰਹੀ ਸੀਗੀ ਉਹ ਐਗ ਸੈਲ ਕਰਕੇ ਉਹ ਆਪਣਾ ਸੋਹਣਾ ਗੁਜ਼ਾਰਾ ਕਰ ਰਿਹਾ ਸੀ ਬਟ what happened ਉਹਨੂੰ ਲੱਗਿਆ ਓਕੇ I can be a rich person or I can be a millionaire person now ਇਹਦੇ ਕੋਲ ਤਾਂ ਬੜੇ ਸਾਰੇ 골ਡਨ ਐਗਸ ਹੈਗੇ ਆ ਸਾਰੇ ਲੈ ਲੈਂਦੇ ਆ but he wasn't satisfied with whatever he was getting ਹੈ ਨਾ ਉਹਨੂੰ ਆਇਡੈਂਟੀਫਾਈ ਨਹੀਂ ਕਰਨਾ ਆਇਆ ਕਿ ਵੀ whatever I am getting today is good for me it is enough for me ਠੀਕ ਹੈ there will be very hard to understand ਕਿ ਵੀ ਇਹ ਸਮਝਣਾ ਕਿ ਵੀ when to stop ਜੇ ਅਸੀਂ ਇਹ ਗੱਲ ਨੂੰ ਨਹੀਂ ਚੰਗੀ ਤਰ੍ਹਾਂ ਸਮਝਾਂਗੇ ਸੋ ਇਟ ਇਜ਼ ਵੈਰੀ ਗੁੱਡ ਬੜੇ ਸੋਹਣੇ ਕੁਐਸਚਨਸ ਹੈਗੇ ਸੀ ਵੈਰੀ ਅਮੇਜ਼ਿੰਗ ਤੇ ਆਪਾਂ ਆਈ ਥਿੰਕ ਅਗਲੇ ਵਾਲੇ ਤੇ ਚੱਲਦੇ ਹਾਂ ਜੀ ਜੇ ਕੋਈ ਕੁਐਸਚਨ ਹੈਗਾ ਤਾਂ ਆਈ ਕੈਨ ਆਨਸਰ ਹੁਣ ਬਟ ਜੇ ਕੋਈ ਕੁਐਸਚਨ ਨਹੀਂ ਹੈ ਤਾਂ ਫਿਰ ਅਟੈਚਮੈਂਟ ਤੇ ਤੁਸੀਂ ਕੁਝ ਜੇ ਕੰਟਰੀਬਿਊਟ ਕਰਨਾ ਚਾਹੋ ਤਾਂ ਦੈਟ ਵਿਲ ਬੀ ਗੁੱਡ ਕਿਉਂਕਿ ਵੀ ਹੈਵ ਓਨਲੀ 8 more minutes to go
ठीक है, हाँ जी। तरन सिंह जी बेटे, इज देयर एनीथिंग यू कैन ऐड फॉर अटैचमेंट? नहीं, ओ एक्सीडेंट से। ठीक है जी। हाँ जी, जैमन फतेह सिंह सिंह जी। बेटा, फतेह ਸਿੰਘ ਨੂੰ ਪੁੱਛ ਸਕਦੇ ਹੋ। मेरे हाँ जी। एग्जांपल हैगा ਮੈਂ ਕਿਹਾ ਫਤਿਹ ਸਿੰਘ ਵੀ ਬੈਠਾ ਹੋਇਆ, ਉਹਨੂੰ ਪੁੱਛਣਾ ਜੇ ਉਹਨੂੰ ਕੋਈ ਐਗਜ਼ਾਮਪਲ ਦੇ ਸਕਦਾ ਅਟੈਚਮੈਂਟ ਦਾ। हाँ जी, ठीक है जी। मेरे को एग्जांपल है हाँ जी बेटे। ए हॉलीडेज हो गए, समर हॉलीडेज, and ਤੁਸੀਂ ਕਹਿੰਦੇ it's good, it's a time to get a gift because I've been working. म्यूट हो गया बेटे ਤੁਹਾਡਾ। So summer holidays, you go to the this you are it's a good time to get a present gift. Your parents say okay, so you go to the mall. You see when you go to the toys section, you see many new toys and beautiful ones, good ones. But then when you find yours, you actually say, actually, I want this one. So once you put that in the cart, you get another one. But then it's now parents say that the price is getting too much, so it's enough. But that just means you're greedy and you're annoying your parents. ठीक है जी, ठीक है। थैंक यू बेटे, दैट वाज गुड वन। चलो, आई थिंक इट्स अ वेरी गुड वन टू कंक्लूड द ग्रीड वन। ਆਪਾਂ क्विकली लेट्स टॉक अबाउट द अटैचमेंट। ਤੇ ਫਤਿਹ ਸਿੰਘ ਜੀ ਬੇਟੇ, ਡੂ ਯੂ ਵਾਂਟ ਟੂ ਕੰਟਰੀਬਿਊਟ, ਐਡ ਐਨੀਥਿੰਗ ਫॉर ਅਟੈਚमेंट? No, I don't know what even attachment is. Okay, do you have a toy which you like the most? Yes. If I come to your home, would you be able to share that toy with me? Yes. And if I say, Fateh Singh, I want to take this toy at my place and I will return it back, am I be allowed to? Would I be allowed to take it? I don't know. see, this is called attachment with something which we are not able to share and we are not able to give it to someone. Okay? Okay. This is called attachment. ठीक है, ਜਦੋਂ ਵੀ ਮੈਨੂੰ ਕੋਈ ਟॉय ਚੰਗਾ ਲੱਗਦਾ ਹੈ, I am playing with my toy. Now my brother and sister or my friend come along and said, okay, can I please share this toy with you? But I am not able to share that toy because I am so much attached to it. I will always have so many excuses. My brother or sister will break it, or they will lose it. है ना? क्योंकि I am so much attached to the one toy, I am not able to share. ठीक है बेटे? हाँ जी। ठीक है, वेरी गुड, एक्सीलेंट। हाँ जी, जोत सिंह जी। मैं एग्जांपल दे सकता है? हाँ जी, attachment की? हाँ जी, हाँ जी। so so ਇੱਕ ਇੱਕ two brothers, ਇੱਕ ਬੱਚਾ ਹੁੰਦਾ ਸੀ। ਉਹਦੇ ਕੋਲ ਆਪਣਾ ਇੱਕ ਹੈਗਾ ਸੀ, ਆਪਣਾ iPad ਹੈਗਾ ਸੀ। ਹੋਰ ਉਹਦੇ ਫਰੈਂਡ ਨੇ ਕਿਹਾ, oh, can I please watch with you? ਉਹਨੇ ਕਿਹਾ, no, you'll ruin it, you'll break it. Oh no. ਉਹ ਬਾਅਦ ਤੋਂ ਜਾਣ ਲੱਗੇ ਸੀ ਫਰੈਂਡ ਹੋਮ। ਸੋ ਉਹਦੇ ਪੇਰੈਂਟਸ ਨੂੰ ਦੱਸਦਾ ਸੀ that he's not, ਹੋਰ also ਉਹਦੇ toys ਸੀ, he wouldn't let him play with any of his toys. ਸੋ ਉਹ ਜਾਂਦੇ ਵਰਕ ਆਪਣਾ ਉਹਦੇ ਪੇਰੈਂਟਸ ਨੂੰ ਦੱਸਦਾ ਸੀ। ਉਹ ਬਾਅਦ ਤੋਂ ਉਹਦੇ ਪੇਰੈਂਟਸ ਨੇ ਆ ਕੇ ਉਹ ਬੱਚੇ ਨੂੰ ਦੱਸਿਆ that you should never say that you can break it. You should never have an attachment.
or sometimes people call it a wordly position. ठीक है जी, ठीक है। Until we before मैं learn ਕੀਤਾ ਸੀ class ਵਿੱਚ life is like a washing machine. ਹੋਰ ਵੇ ਆਪਣੇ ਕੋਲ ਅਸੀਂ ਹੈਗੇ ਆਪਣੇ ਕੋਲ ਥੋੜਾ ਆਪਣਾ ਵਾਈਟ ਸਪੇਸ ਆਪਣਾ ਪੂਰਾ ਬੋਡੀ ਵਾਈਟ ਹੈ ਬਟ ਆਪਣਾ ਥੋੜਾ ਜਿਹਾ ਬਲੈਕ ਸਪੇਸ ਹੈ ਉੱਥੇ ਹੈ ਤੁਹਾਡੀ ਅਟੈਚਮੈਂਟ ਹੋਰ ਜਦ ਤੱਕ ਹੋਰ if ਤੁਸੀਂ ਪਾਸ ਅਵੇ ਹੋਗੇ ਬਟ ਸਟਿਲ ਤੁਹਾਡੇ ਕੋਲ ਵਰਲਡਲੀ ਪੋਜੀਸ਼ਨਸ ਹੈਗੀਆਂ ਤੁਸੀਂ ਵਾਪਸ ਆ ਜਾਓਗੇ ਲਾਈਕ ਇਨ ਅ ਵਾਸ਼ਿੰਗ ਮਸ਼ੀਨ और ਤੁਹਾਡਾ ਸਟਿਲ ਬਲੈਕ ਸਟੇਨ ਹੋਗਾ ਤੁਸੀਂ ਵਾਪਸ ਜਾਓਗੇ ਵਾਸ਼ਿੰਗ ਮਸ਼ੀਨ ਵਿੱਚ और जब तक वो black stain हटता नहीं you'll keep coming back and back to earth. So the quicker we get rid of our attachments, the quicker we can meditate with Baba ji. ठीक है जी, ठीक है, very good. Thank you. It was good one. हाँ जी रिदान सिंह जी बेटे। मैं एक एग्जांपल शेयर कर सकता? जी बेटे। One time when my friend came to my house, we were playing with Beyblades, and I was using the stronger Beyblade, and he was asking for it, but I was too attached to it that I said, "You can't use it." And then he stopped playing with me. ठीक है। आई थिंक अपन ਨੂੰ ਇਹ ਗੱਲ ਸਮਝ ਆ ਗਈ ਹੈ ਕਿ ਵੀ attachment is the thing which I am not able to share with anyone. I am just constantly worrying about it. I'm just thinking about it. मैं share नहीं करनी, मैं देनी नहीं ਕਿਸੇ ਨੂੰ, ठीक है। अपने को ना टाइम सिर्फ 1 more minute है बेटे, इस करके I can't have too many more questions। ਤੇ ਇਸ ਤੋਂ ਜਿਹੜਾ ਅਗਲਾ ਹੈਗਾ ਈਗੋ, ਠੀਕ ਹੈ। ਸਾਰੇ ਬੱਚਿਆਂ ਨੇ ਪਿਛਲੇ ਹਫਤੇ ਜਿਹੜਾ ਆਪਾਂ ਸਲਾਈਡਸ ਡਿਸਕਸ ਕੀਤੀਆਂ ਸੀ ਨਾ, ਉਹਦੇ ਵਿੱਚ ਆਪਾਂ ਇੱਕ ਪੁਆਇੰਟ ਡਿਸਕਸ ਕੀਤਾ ਸੀ ਰਿਗਾਰਡਿੰਗ ਈਗੋ, ਠੀਕ ਹੈ। ਉਹ ਸੀਗਾ ਆਈ ਐਮ ਦ ਬੈਸਟ, ਠੀਕ ਹੈ। ਦਿਸ ਇਜ਼ ਅ ਪਿਓਰ ਸਾਈਨ ਆਫ ਈਗੋ ਕਿ ਆਈ ਐਮ ਦ ਬੈਸਟ, ਠੀਕ ਹੈ। ਮੈਂ ਜਿਹੜਾ ਹਰ ਚੀਜ਼ ਦੇ ਵਿੱਚ ਮੈਨੂੰ ਸਿਰਫ ਇਹ ਵਾਲੀ ਫੀਲਿੰਗ ਆ ਰਹੀ ਹੈ ਆਈ ਐਮ ਦ ਬੈਸਟ, ਠੀਕ ਹੈ। ਮੈਂ ਹੀ ਚੰਗਾ, ਮੈਂ ਹੀ ਜੋ ਕਰ ਰਿਹਾ ਠੀਕ ਕਰ ਰਿਹਾ, ਹੈ ਨਾ। ਮੇਰੇ ਕੋਲ ਇਹ ਬੈਸਟ ਸਕਿੱਲ ਹੈਗਾ, ਹੈ ਨਾ। ਮੈਂ ਹੀ ਬੈਸਟ ਪਰਫਾਰਮ ਕਰ ਸਕਦਾ, ਮੇਰੇ ਤੋਂ ਅੱਛਾ ਕੋਈ ਆਰਟਿਸਟ ਨਹੀਂ ਹੈ, ਕੋਈ ਪਲੇਅਰ ਨਹੀਂ ਹੈ, ਠੀਕ ਹੈ। ਜਸਟ ਇਨ ਅ ਵੈਰੀ ਕੁਇਕ ਨੋਟ ਜਿਹੜਾ ਹੈ ਦੈਟ ਜਿਹੜੀ ਆਪਾਂ ਸਲਾਈਡ ਪਿਛਲੇ ਹਫਤੇ ਡਿਸਕਸ ਕੀਤੀ ਸੀ ਆਈ ਐਮ ਦ ਬੈਸਟ, ਉਹਨੂੰ ਜੇ ਆਪਾਂ ਇੱਕ ਵਰਡ ਦੇ ਵਿੱਚ ਸਮਰਾਈਜ਼ ਕਰਨਾ ਹੋਏ, ਕਿੰਨੇ ਸਾਰੇ ਆਪਾਂ ਐਗਜ਼ਾਮਪਲ ਲਏ ਸੀ ਆਈ ਐਮ ਦ ਬੈਸਟ ਵਾਲੇ, ਉਹ ਵਰਡ ਹੈਗਾ ਈਗੋ, ਠੀਕ ਹੈ। ਉਹਦੇ ਵਿੱਚ ਜਿਹੜਾ ਇਹ ਅਸੀਂ ਜਿਹੜਾ ਸਮਝ ਲਈਏ, ਕਿਉਂਕਿ ਆਪਣੇ ਕੋਲ ਟਾਈਮ ਇਜ਼ ਨਾਓ ਵੀ ਆਰ ਰਨਿੰਗ ਆਊਟ ਆਫ ਇਟ, ਤੇ ਇਸ ਕਰਕੇ ਵੈਰੀ ਕੁਇਕਲੀ ਤੇ ਜ਼ਿਆਦਾ ਐਗਜ਼ਾਮਪਲਸ ਨਹੀਂ ਲਵਾਂਗੇ। ਆਪਾਂ ਪਿਛਲੇ ਹਫਤੇ ਨੂੰ ਬੜਾ ਡਿਟੇਲ ਡਿਸਕਸ ਕੀਤਾ ਸੀਗਾ, ਸੋ ਅੱਜ ਆਪਾਂ ਇਹਨੂੰ ਇੱਥੇ ਹੀ ਸਮਰਾਈਜ਼ ਕਰ ਦਾਂਗੇ ਕਿ ਵੀ ਆਈ ਐਮ ਦ ਬੈਸਟ ਇਜ਼ ਅ ਸ਼ੀਅਰ ਈਗੋ, ਠੀਕ ਹੈ। ਸੋ ਜਿਹੜੀ ਸਾਡੇ ਕੋਲ ਇੱਥੇ ਇੱਕ ਗੁਰਬਾਣੀ ਦੀ ਪੰਕਤੀ ਹੈਗੀ ਹੈ, ਕੁਇਕਲੀ ਰੀਡ ਆਊਟ ਕਰ ਦੇਣਾ ਮੈਂ, ਠੀਕ ਹੈ। ਪੰਜ ਦੂਤ ਵਿਆਪਤ ਅੰਧਿਆਰ, ਠੀਕ ਹੈ। ਜਿਹੜੇ ਵੀ ਸਾਡੇ ਕੋਲ ਆ 5 ਜਿਹੜੇ ਐਵਲਸ ਨੇ ਜੋ ਸਾਡੇ ਸਾਹਮਣੇ ਲਿਖੇ ਹੋਏ ਨੇ, ਠੀਕ ਹੈ। ਡਿਜ਼ਾਇਰਸ, ਐਂਗਰ, ਗਰੀਡ, ਅਟੈਚਮੈਂਟ, ਈਗੋ, ਆਰ ਆਲ ਸਾਈਨਸ ਆਫ ਅ ਬੈਡ ਵੌਇਸ ਜਿਹੜੀ ਮੈਨੂੰ ਹਰ ਵੇਲੇ ਤੰਗ ਕਰਦੀ ਹੈ। ਲੋਟਸ ਆਫ ਟਾਈਮ ਡਿਊਰਿੰਗ ਦ ਡੇ, ਵੀਕ, ਇਨ ਮਾਈ ਲਾਈਫ, ਸਾਰੇ ਟਾਈਮ ਤੇ ਮੈਂ ਜਿਹੜਾ ਇਹਨੂੰ ਲਿਸਨ ਕਰਦਾ ਔਰ ਇਹਦੀ ਗੱਲ ਸੁਣ ਕੇ ਐਕਸ਼ਨ ਕਰ ਦਿੰਦਾ, ਜਿਹੜਾ ਫਿਰ ਮੈਨੂੰ ਟਰਬਲ ਵਿੱਚ ਲੈ ਜਾਂਦਾ ਹੈ, ਮੇਰੀ ਜਿਹੜੀ ਆ ਹੈਪੀਨੈਸ ਨੂੰ ਖਿੱਚ ਲੈਂਦਾ ਹੈ, ਹੈ ਨਾ, ਆਪ ਅਵੇਕ ਲੈ ਜਾਂਦਾ ਹੈ। ਸੋ ਇਹਦੀ ਜਿਹੜੀ ਇੰਗਲਿਸ਼ ਵਰਜ਼ਨ ਆਪਾਂ ਸਾਹਮਣੇ ਤੁਹਾਨੂੰ ਦਿਖ ਰਿਹਾ ਹੈ, ਜਿਹੜੇ these 5 make my bad voice and drives me to unhappiness। ਸਾਡੇ ਕੋਲ ਆਪਾਂ ਜਿਵੇਂ ਪਿਛਲੀ ਵਾਰੀ ਗੱਲ ਕੀਤੀ ਸੀ ਕਿ ਵੀ ਜੇ ਅਸੀਂ ਗੁੱਡ ਵੌਇਸ ਨੂੰ ਲਿਸਨ ਕਰਦੇ ਹਾਂ ਤਾਂ ਵੀ ਆਲਵੇਜ਼ ਸਟੇ ਰਿਲੈਕਸਡ, ਹੈਪੀ। ਸੋ ਜੇ ਅਸੀਂ ਬੈਡ ਵੌਇਸ ਨੂੰ ਲਿਸਨ ਕਰਦੇ ਹਾਂ ਤਾਂ ਅਸੀਂ ਹਮੇਸ਼ਾ ਵਰਿਡ ਰਹਿੰਦੇ ਹਾਂ, ਸਟ੍ਰੈਸਡ ਰਹਿੰਦੇ ਹਾਂ, ਅਨਹੈਪੀ ਰਹਿੰਦੇ ਹਾਂ, ਐਂਡ ਦਿਸ ਇਜ਼ ਕੰਸੀਡਰਡ ਐਜ਼ ਡਾਰਕਨੈਸ, ਅੰਧਿਆਰ, ਠੀਕ ਹੈ, ਗੁਰਬਾਣੀ ਦੀ ਲੈਂਗੁਏਜ ਦੇ ਵਿੱਚ। ਜੇ ਕਿਸੇ ਬੱਚੇ ਨੂੰ ਹੁਣ ਇੱਥੇ ਕੋਈ ਕੁਐਸਚਨ ਹੈਗਾ ਤਾਂ 1 more minute we can answer quickly। ਹਾਂਜੀ ਸਮਰੱਥ ਸਿੰਘ ਜੀ। 4 o'clock तो ज्यादा हो गए। ਹਾਂਜੀ
ਹਾਂਜੀ ਬੇਟੇ ਠੀਕ ਹੈ, ਬਸ ਆਪਾਂ 1 more minute ਹੋਰ ਲਵਾਂਗੇ ਬੇਟੇ। ਅੱਛਾ ਠੀਕ ਹੈ ਜੀ, ਐਨੀ ਕੁਐਸਚਨ ਸੀ ਕਿਸੇ ਨੂੰ ਹੈਗਾ ਜੀ? ਇੱਕ ਵੀਰ ਜੀ ਮੈਨੂੰ ਲੱਗਦਾ ਸੀ ਜਿਹੜਾ ਇਹਨਾਂ ਨੂੰ ਹੋਮਵਰਕ ਦਈਏ ਨਾ, ਮੈਂ ਵੈਸੇ ਲਿਖ ਦਾਂਗਾ WhatsApp ਤੇ ਵੀ ਹੁਣ ਜਿਹੜੀ ਬੈਡ ਵੌਇਸ ਹੋਏਗੀ ਨਾ ਇਹਨਾਂ ਦੀ, ਹਾਂਜੀ ਉਹਦੇ ਚ ਬ੍ਰੈਕਟ ਚ ਲਿਖ ਦੇਣ ਕਿ ਐਗਜ਼ੈਕਟਲੀ ਕਿਹਦੇ ਕਰਕੇ ਬੈਡ ਵੌਇਸ ਹੋਈ ਸੀ, ਡਿਜ਼ਾਇਰ, ਐਂਗਰ, ਗਰੀਡ ਕਿਹਦੇ ਕਰਕੇ ਹੋਈ ਸੀਗੀ। ਹਾਂਜੀ ਹਾਂ, ਕਈ ਬੱਚੇ ਲਿਖ ਰਹੇ ਨੇ ਜੀ ਪਰ ਸਾਰੇ ਹਾਂ ਨਹੀਂ ਲਿਖ ਰਹੇ। ਹਾਂ ਉਹ ਸੋ ਮੈਂ ਵੈਸੇ ਲਿਖ ਤੇ ਇੱਕ ਜੇ ਤੁਹਾਨੂੰ ਠੀਕ ਲੱਗਦਾ ਮੈਂ ਸੋਚ ਰਿਹਾ ਸੀ ਵੀ ਇਹਨਾਂ ਨੂੰ ਕਵਾਂਗੇ, ਉਹ ਮੈਂ ਲਿਖ ਵੀ ਦਿਆਂਗਾ ਕਿ ਬਈ ਬੱਚੇ 5-5 ਵਾਰੀ ਨਾ ਪੰਜਾਬੀ ਚ ਉਹਦੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ 5-5 ਵਾਰੀ ਪੰਜਾਬੀ ਚ ਲਿਖ ਲੈਣਗੇ, ਤਾਂ ਕਿ ਉਹਨਾਂ ਨੂੰ ਗੁਰਮੁਖੀ ਦੇ ਵਿੱਚ ਜਦੋਂ ਸ਼ਬਦ ਪੜ੍ਹਨ ਉਹਨਾਂ ਨੂੰ ਸਮਝ ਆ ਜਾਏਗਾ ਕਿ ਅੱਛਾ ਇਹ ਵਰਡ ਪੰਜਾਬੀ ਚ ਇਹਨਾਂ ਨੂੰ ਅਸੀਂ ਇਹ ਕਹਿੰਦੇ ਆ। ਨਹੀਂ ਠੀਕ ਹੈ, ਛੁੱਟੀਆਂ ਹੈਗੀਆਂ ਨੇ ਹੁਣ, ਦੇ ਕੈਨ ਸਪੈਂਡ ਟਾਈਮ, ਤਾਂ ਵਧੀਆ ਗੱਲ ਹੈ ਜੀ, ਲਿਖਣਗੇ ਤਾਂ ਅੱਛੀ ਗੱਲ ਹੈ। ਐਦਾਂ ਵੀ ਦੇਖੋ ਵੀ ਵਿਲ ਕੰਟੀਨਿਊ ਵਿਦ ਦ ਹੋਮਵਰਕ ਜਿਹੜਾ ਆਪਾਂ ਹੁਣ ਕਰ ਰਹੇ ਹਾਂ, ਗੁੱਡ ਵੌਇਸ ਐਂਡ ਬੈਡ ਵੌਇਸ ਵਾਲਾ ਹਾਲੇ, ਬਟ ਬਿਕੋਜ਼ ਸਕੂਲ ਹੌਲੀਡੇ ਆ ਰਹੇ ਨੇ, ਸੋ ਐਂਡ ਨੈਕਸਟ 2 weeks ਅਸੀਂ ਹੁਣ ਕਲਾਸ ਤੇ ਨਹੀਂ ਆਣਾ, ਇੱਥੇ ਸਾਡੀ 2 weeks ਬ੍ਰੇਕ ਹੈਗੀ ਹੈ, ਤੇ ਇਸ ਕਰਕੇ ਤੁਹਾਨੂੰ ਐਡ ਔਨ ਥੋੜਾ ਜਿਹਾ ਹੋਮਵਰਕ ਜਿਹੜਾ ਉਹ ਅਸੀਂ ਦੇ ਦਾਂਗੇ, ਤੇ ਉਹ WhatsApp ਮੈਸੇजेस ਦੇ ਵਿੱਚ ਪਾ ਦਾਂਗੇ ਤੇ ਤੁਹਾਡੇ ਪੇਰੈਂਟਸ ਤੁਹਾਡੇ ਨਾਲ ਸ਼ੇਅਰ ਕਰ ਲੈਣਗੇ। ਬਟ ਵੀ ਹੈਵ ਟੂ ਕੰਟੀਨਿਊ ਵਿਦ ਆਵਰ ਗੁੱਡ ਵੌਇਸ ਐਂਡ ਬੈਡ ਵੌਇਸ ਫॉर ਸ਼ੋਰ। ਔਨ ਟੌਪ ਆਫ ਜਿਹੜਾ ਐਡ ਔਨ ਹੋਏਗਾ ਹੋਮਵਰਕ, ਉਹ ਆਪਾਂ ਅਸੀਂ ਉਹਦੇ ਵਿੱਚ ਲਿਖ ਕੇ ਪਾ ਦਾਂਗੇ ਜੀ WhatsApp ਤੇ। ਠੀਕ ਹੈ ਜੀ, ਐਨੀ ਕੁਐਸਚਨਸ? No. ਠੀਕ ਹੈ ਜੀ, ਫਿਰ ਆਪਾਂ ਅੱਜ ਫਤਿਹ ਬੁਲਾਉਂਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।